ਹਾਜ਼ਰੀ ਭਰ ਰਹੇ ਗੁਰੂ ਸਵਾਰੇ ਸਤਸੰਗੀ ਜਨੋ, ਅਸੀਂ ਸਾਰੇ ਵੱਡੇ ਭਾਗਾਂ ਵਾਲੇ ਹਾਂ ਜੋ ਗੁਰੂ ਪਾਤਸ਼ਾਹ ਜੀ ਦੀ ਨਿੱਘੀ ਗੋਦ ਦਾ ਆਨੰਦ ਲੈਣ ਦਾ ਯਤਨ ਕਰ ਰਹੇ ਹਾਂ। ਸੋ ਬੜੇ ਹੀ ਅਦਬ ਸਤਿਕਾਰ ਦੇ ਵਿੱਚ ਆਪ ਜੀ ਨੇ ਜੋ ਇੱਥੋਂ ਦੀ ਮਰਿਆਦਾ ਦੇ ਮੁਤਾਬਕ ਲੜੀਵਾਰ ਵਿਚਾਰ ਆਰੰਭ ਕੀਤੀ ਹੋਈ ਹੈ, ਉਹਦਾ ਮੂਲ ਪਾਠ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਜੀ ਹੋਰਾਂ ਪਾਸੋਂ ਆਪ ਜੀ ਨੇ ਸਰਵਣ ਕੀਤਾ ਹੈ। ਆਓ ਇਕਾਗਰ ਚਿੱਤ ਹੋ ਕੇ ਉਸ ਸ਼ਬਦ ਦੀ ਵਿਚਾਰ ਆਰੰਭ ਕਰੀਏ। ਵਿਚਾਰ ਦੀ ਆਰੰਭਤਾ ਤੋਂ ਪਹਿਲਾਂ ਗੁਰੂ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਨਤਮਸਤਕ ਹੁੰਦੇ ਹੋਏ ਗੁਰੂ ਪਾਤਸ਼ਾਹ ਜੀ ਦੀ ਬਖਸ਼ਿਸ਼ ਕੀਤੀ ਹੋਈ ਮੁਕੱਦਸ ਫਤਿਹ ਦੀ ਸਾਂਝ ਕਰੋ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਮੁਬਾਰਕ ਅੰਮ੍ਰਿਤ ਬਚਨ ਗੌੜੀ ਰਾਗ ਦੇ ਵਿੱਚ ਗੁਰੂ ਅਰਜਨ ਸਾਹਿਬ ਜੀ ਦਾਤਾ ਜੀ ਦੀ ਪਾਵਨ ਰਸਨਾ ਤੋਂ ਉਚਾਰਨ ਕੀਤਾ ਹੋਇਆ ਹੈ। ਇਸ ਪਾਵਨ ਸ਼ਬਦ ਵਿੱਚ ਜਿਹੜੀਆਂ ਇਹਦੀਆਂ ਰਾਹੋਂ ਵਾਲੀਆਂ ਤੁਕਾਂ ਨੇ, ਸ਼ਬਦ ਦਾ ਜਿਹੜਾ ਕੇਂਦਰੀ ਭਾਵ ਹੈ ਉਹਦੇ ਵਿੱਚ ਮਨੁੱਖ ਨੂੰ ਸਮਝਾਉਣ ਦਾ ਯਤਨ ਕੀਤਾ ਗਿਆ ਹੈ ਕਿ ਨਿਕਸਰੇ ਪੰਖੀ ਸਿਮਰ ਹਰ ਪਾਂਖ। ਜਾਨੀ ਸਾਨੂੰ ਸੁਚੇਤ ਕੀਤਾ ਜਾ ਰਿਹਾ ਹੈ, ਤੂੰ ਕਿਤੇ ਨਾ ਕਿਤੇ ਫਸਿਆ ਹੋਇਆ ਹੈ। ਇੱਕ ਬਚਣ ਦਾ ਉਪਰਾਲਾ ਹੁੰਦਾ ਹੈ, ਇੱਕ ਫਸਣ ਦੇ ਵੀ ਉਪਰਾਲੇ ਕੀਤੇ ਜਾ ਰਹੇ ਨੇ। ਚਾਹੀਦਾ ਇਹ ਸੀਗਾ ਕਿ ਸਾਨੂੰ ਬਚਣ ਦੇ ਉਪਰਾਲੇ ਜ਼ਿਆਦਾ ਕਰਨੇ ਚਾਹੀਦੇ ਸੀਗੇ, ਫਸਣ ਦੇ ਘੱਟ, ਕਿਉਂਕਿ ਫਾਂਸਣ ਕੀ ਬਿਦ ਸਭ ਕੋ ਜਾਣੈ, ਛੂਟਣ ਕੀ ਇੱਕ ਕੋਈ। ਇੱਥੇ ਫਸਾਉਣ ਵਾਲੇ ਬਹੁਤ ਹੋ ਸਕਦੇ ਨੇ, ਬਚਾਉਣ ਵਾਲਾ ਕੋਈ ਵਿਰਲਾ ਹੀ ਹੁੰਦਾ ਹੈ। ਉਹ ਕੋਈ ਆਪਣਾ ਹੁੰਦਾ ਹੈ ਜਿਹੜਾ ਬਚਾਉਣ ਦੀ ਗੱਲ ਕਰਦਾ ਹੈ। ਹੋ ਸਕਦਾ ਕੋਈ ਪਰਾਇਆ ਬੰਦਾ ਸਾਨੂੰ ਫਸਾਉਣ ਦੀ ਗੱਲ ਕਰੇ, ਪਰ ਕਦੇ ਸਾਡੇ ਮਾਪੇ ਸਾਨੂੰ ਫਸਾਉਣ ਦੀ ਗੱਲ ਨਹੀਂ ਕਰਨਗੇ। ਕਦੇ ਗੁਰੂ ਪਿਤਾ ਸਾਨੂੰ ਫਸਾਉਣ ਦੀ ਗੱਲ ਨਹੀਂ ਕਰੇਗਾ। ਗੁਰੂ ਪਿਤਾ ਹਮੇਸ਼ਾ ਸਾਨੂੰ ਬਚਾਉਣ ਦੀ ਗੱਲ ਕਰਦਾ ਹੈ। ਇਸ ਕਰਕੇ ਅਸੀਂ ਕਿਤੇ ਵੀ ਫਸੇ ਹੋਈਏ, ਕਿਉਂਕਿ ਫਸਣਾ ਕਿਤੇ ਇਹ ਨਹੀਂ ਕਿ ਬੰਦਾ ਕਿਤੇ ਚਿੱਕੜ ਦੇ ਵਿੱਚ ਫਸ ਗਿਆ। ਇਹ ਮਾਇਆ ਨੇ ਨਾ ਅਨੇਕਾਂ ਹੀ ਰੂਪ ਬਣਾਏ ਹੋਏ ਨੇ। ਕਬੀਰ ਆਈ ਮੁਝਹਿ ਪੈ ਅਨੇਕ ਕਰੈ ਕਰ ਭੇਸ, ਬੜੇ ਰੂਪਾਂ ਦੇ ਵਿੱਚ ਆਈ ਹੈ। ਜਿਵੇਂ ਸਤਿਕਾਰਯੋਗ ਸਿੰਘ ਸਾਹਿਬ ਜੀ ਹੋਰਾਂ ਨੇ ਆਪ ਜੀ ਨੂੰ ਬੇਨਤੀ ਵੀ ਕੀਤੀ ਹੈ ਕਿ ਅਸੀਂ ਇੱਕ ਥਾਂ ਤੇ ਫਸਦੇ ਨਹੀਂ ਗਏ ਕਿਤੇ, ਭਾਵੇਂ ਉਹ ਲੰਗਰਾਂ ਦੀ ਗੱਲ ਹੋਵੇ, ਭਾਵੇਂ ਉਹ ਸਟਾਲਾਂ ਦੀ ਗੱਲ ਹੋਵੇ, ਸਟਾਲ ਲਾਏ ਜਾਂਦੇ ਨੇ। ਬੜੇ ਅਸੀਂ ਇਸ ਤਰ੍ਹਾਂ ਦੇ ਉਪਰਾਲੇ ਕਰ ਰਹੇ ਹਾਂ ਜਿੱਥੇ ਸਾਦਗੀ ਦੀ ਗੱਲ ਕੀਤੀ ਜਾਣੀ ਚਾਹੀਦੀ ਸੀ, ਜਿੱਥੇ ਸਾਦਾ ਭੋਜਨ ਚਾਹੀਦਾ ਸੀਗਾ, ਸਾਦਗੀ ਦਾ ਭਜਨ ਚਾਹੀਦਾ ਸੀਗਾ। ਕਿਉਂਕਿ ਗੁਰੂ ਘਰ ਦੀ ਜਿਹੜੀ ਸੁੰਦਰਤਾ ਹੈ ਉਹ ਸਾਦਗੀ ਦੇ ਵਿੱਚ ਹੈ। ਮਾਰਨਿੰਗ ਵਾਸਤੇ ਤੇ ਆਪਾਂ ਬਾਹਰ ਵੀ ਕਿਤੇ ਜਾ ਸਕਦੇ ਹਾਂ, ਇੱਥੇ ਅਸੀਂ ਸਾਦਗੀ ਲੈਣ ਵਾਸਤੇ ਆਉਂਦੇ ਹਾਂ।
ਸਾਦਗੀ ਸਾਨੂੰ ਤਾਂ ਪ੍ਰਾਪਤ ਹੋਏਗੀ ਜੇ ਅਸੀਂ ਸਾਰਾ ਤਾਣਾ ਬਾਣਾ ਸਾਦਾ ਜਿਹਾ ਰੱਖਾਂਗੇ। ਸੋ ਉਹਨਾਂ ਚੀਜ਼ਾਂ ਦੇ ਵਿੱਚੋਂ ਵੀ ਨਿਕਲਣ ਦੀ ਜ਼ਰੂਰਤ ਹੈ। ਹਰ ਬੰਦਾ ਆਦਤ ਤੋਂ ਮਜਬੂਰ ਹੋ ਜਾਂਦਾ ਹੈ, ਇਸ ਕਰਕੇ ਫਸੇ ਹੋਏ ਹਾਂ। ਜੇ ਕਿਤੇ ਥੋੜੀ ਜੀ ਅਕਲ ਦੀ ਵਰਤੋਂ ਕਰ ਲਈਏ ਤੇ ਸ਼ਾਇਦ ਉਸ ਆਦਤ ਵਿੱਚੋਂ ਨਿਕਲ ਕੇ ਅਕਲੀ ਸਾਹਿਬ ਸੇਵੀ ਹੈ, ਅਕਲੀ ਪਾਈਐ ਮਾਨ, ਅਕਲੀ ਪੜਕੈ ਬੁਝੀਐ, ਅਕਲੀ ਕੀਚੈ ਦਾਨ। ਨਾਨਕ ਆਖੈ ਰਾਹ ਇਹ ਹੋਰ ਗੱਲਾਂ ਸ਼ੈਤਾਨ। ਇਹਨਾਂ ਚੀਜ਼ਾਂ ਦੇ ਵਿੱਚੋਂ ਨਿਕਲਣ ਦੇ ਵਾਸਤੇ ਸਾਨੂੰ ਅੱਜ ਨਿਕਸ ਰੇ ਪੰਖੀ ਸਿਮਰ ਹਰ ਪਾਂਖ, ਯਾਨੀ ਸਾਨੂੰ ਆਵਾਜ਼ ਦਿੱਤੀ ਗਈ ਤੂੰ ਇਸ ਮੋਹ ਦੇ ਆਲਣੇ ਵਿੱਚੋਂ ਨਿਕਲਦਾ ਨਹੀਂ। ਹੁਣ ਨਿਕਲੇਗਾ ਤੇ ਤਾਂ ਜੇ ਦੋ ਪਰ ਹੋਵਣ, ਦੋ ਖੰਭ ਹੋਵਣ, ਉਡਾਰੀ ਤੇ ਤਾਂ ਮਾਰ ਸਕਦਾ। ਜਦ ਕਿ ਇੱਕ ਜਿਸ ਤਰ੍ਹਾਂ ਤੋਤਾ ਹੈ ਨਾ, ਉਹਨੂੰ ਫੜਨ ਦੇ ਵਾਸਤੇ ਥੱਲੇ ਪਾਣੀ ਰੱਖਿਆ ਹੁੰਦਾ ਹੈ, ਉਸ ਭਾਂਡੇ ਦੇ ਉੱਪਰ ਉਹਦੇ ਪੈਰ ਹੁੰਦੇ ਨੇ। ਉਹਨੂੰ ਇਹੋ ਹੀ ਡਰ ਲੱਗਦਾ ਹੈ ਕਿਤੇ ਮੈਂ ਇਹਦੇ ਵਿੱਚ ਨਾ ਡਿੱਗ ਜਾਵਾਂ। ਉਹ ਆਪਣੇ ਦੋ ਪਰਾਂ ਦੀ ਵਰਤੋਂ, ਦੋ ਖੰਭਾਂ ਦੀ ਵਰਤੋਂ ਨਹੀਂ ਕਰਦਾ। ਮੈਂ ਉਹਨਾਂ ਖੰਭਾਂ ਦੇ ਨਾਲ ਉੜ ਵੀ ਸਕਦਾ ਸੀਗਾ। ਅਸੀਂ ਵੀ ਨਿਕਲਣ ਦੀ ਕੋਸ਼ਿਸ਼ ਤੇ ਕਰਦੇ ਹਾਂ, ਪਰ ਕਈ ਵਾਰੀ ਉਹਨਾਂ ਜਿਹੜੇ ਖੰਭ ਰੱਬ ਨੇ ਸਾਨੂੰ ਦਿੱਤੇ ਸੀ ਨਾ, ਉਹਨਾਂ ਦੀ ਵਰਤੋਂ ਨਾ ਕਰਕੇ ਅਸੀਂ ਉੱਡਣ ਦੀ ਕੋਸ਼ਿਸ਼ ਕਰ ਰਹੇ ਹਾਂ। ਜਿਵੇਂ ਨਾ ਇੱਕ ਪੰਛੀ ਆਲਣੇ ਦੇ ਵਿੱਚ, ਇੱਕ ਫੀਮੇਲ ਪੰਛੀ ਆਪਣੇ ਬੱਚੇ ਨੂੰ ਜਨਮ ਦਿੰਦੀ ਹੈ, ਉਹ ਉਸੇ ਵੇਲੇ ਉਹਨੂੰ ਉਡਾਉਣ ਵਾਸਤੇ ਨਹੀਂ ਭਜਾਉਂਦੀ। ਉਹਨੂੰ ਉਡਾਉਣ ਦੇ ਵਾਸਤੇ ਉਹ ਉਹਨੂੰ ਤਿਆਰ ਕਰਦੀ ਹੈ। ਪਹਿਲਾਂ 6 ਮਹੀਨੇ ਦਾ ਟਾਈਮ ਲੈਂਦੀ ਹੈ, ਫਿਰ ਉਹਨੂੰ ਪਤਾ ਲੱਗਦਾ ਕਿ ਹੁਣ ਮੇਰਾ ਬੱਚਾ ਜਿਹੜਾ ਉੱਡਣ ਜੋਗਾ ਹੋ ਗਿਆ। ਫਿਰ ਉਹਨੂੰ ਆਲਣੇ ਦੇ ਵਿੱਚੋਂ ਬਾਹਰ ਕੱਢਦੀ ਹੈ। ਜਦੋਂ ਉਹਨੂੰ ਆਲਣੇ ਤੋਂ ਥੱਲੇ ਸੁੱਟਿਆ ਜਾਂਦਾ ਤੇ ਫਿਰ ਉਹਨੂੰ ਇੱਕ ਵਾਰੀ ਲੱਗਦਾ ਸ਼ਾਇਦ ਮਾਂ ਨੇ ਮੈਨੂੰ ਥੱਲੇ ਸੁੱਟ ਦਿੱਤਾ ਹੈ, ਪਰ ਸੱਚ ਕਰਕੇ ਜਾਣਨਾ ਜਿਹੜੀ ਉਹਦੀ ਉਡਾਰੀ ਹੈ ਨਾ, ਉਹ ਉਹਦੀ ਆਜ਼ਾਦੀ ਦਾ ਸੰਦੇਸ਼ ਲੈ ਕੇ ਆਉਂਦੀ ਹੈ। ਤੂੰ ਆਜ਼ਾਦ ਹੋ ਚੁੱਕਾ ਹੈ। ਜਿਨ੍ਹਾਂ ਭਰਮਾਂ ਦੇ ਵਿੱਚ, ਕਰਮ ਕਾਂਡਾਂ ਦੇ ਵਿੱਚ ਅਸੀਂ ਫਸੇ ਹੋਏ ਹਾਂ, ਉਹਨਾਂ ਤੋਂ ਆਜ਼ਾਦ ਹੋਣ ਦੇ ਵਾਸਤੇ ਸਾਨੂੰ ਸੇਵਾ ਅਤੇ ਸਿਮਰਨ ਦੇ ਦੋ ਖੰਭ ਚਾਹੀਦੇ ਨੇ। ਅਸੀਂ ਤਾਂ ਇਹਦੇ ਵਿੱਚੋਂ ਉਡਾਰੀ ਮਾਰ ਸਕਦੇ ਹਾਂ। ਕਿਤੇ ਇਹ ਨਾ ਹੋਵੇ ਕਿ ਗੁਰੂ ਵੱਲੋਂ ਸਾਨੂੰ ਕਿਹਾ ਜਾ ਰਿਹਾ ਹੈ, ਨਿਕਸ ਰੇ ਪੰਖੀ ਸਿਮਰ ਹਰ ਪਾਂਖ। ਮੈਂ ਸੋਚਿਆ ਮੈਨੂੰ ਥੋੜ੍ਹੀ ਕਿਹਾ, ਇਹ ਤੇ ਕਿਸੇ ਹੋਰ ਨੂੰ ਕਿਹਾ ਹੋਣਾ ਹੈ। ਫਸੇ ਆਪਾਂ ਸਾਰੇ ਪਏ ਹਾਂ ਇਹਦੇ ਵਿੱਚ। ਕੋਈ ਕਿਸੇ ਨਸ਼ੇ ਵਿੱਚ ਫਸਿਆ ਪਿਆ, ਕੋਈ ਕਿਸੇ ਨਦੀ ਦੇ ਵਿੱਚ ਡੁੱਬਿਆ ਪਿਆ, ਕੋਈ ਕਿਤੇ ਹੈ, ਕੋਈ ਕਿਤੇ। ਹਰ ਇੱਕ ਥਾਂ ਤੇ ਬੰਦਾ ਫਸਿਆ ਹੋਇਆ ਹੈ। ਕਿਉਂਕਿ ਜਦੋਂ ਫਸਣ ਦੀ ਗੱਲ ਕੀਤੀ ਹੈ ਨਾ ਗੁਰੂ ਸਾਹਿਬ ਜੀ ਨੇ, ਅਸੀਂ ਮਾਇਆ ਦੇ ਵਿੱਚ ਗਲਤਾਨ, ਗਫਲਤ ਦੀ ਨੀਂਦ ਵਿੱਚ ਸੁੱਤੇ ਹੋਏ ਹਾਂ, ਸੁਪਨਿਆਂ ਦੀ ਦੁਨੀਆ ਦੇ ਵਿੱਚ ਸੁੱਤੇ ਹੋਏ ਹਾਂ। ਜਦੋਂ ਤੱਕ ਸੁਪਨਿਆਂ ਦੇ ਵਿੱਚ ਹੈਗੇ ਹਾਂ, ਹਕੀਕਤ ਤੋਂ ਕੋਹਾਂ ਦੂਰ ਹੁੰਨੇ ਆਪਾਂ। ਜਦੋਂ ਆਪਾਂ ਹਕੀਕਤ ਵਾਲੀ ਦੁਨੀਆ ਦੇ ਵਿੱਚ ਆ ਜਾਂਦੇ ਹਾਂ, ਫਿਰ ਸੁਪਨਿਆਂ ਦੀ ਨੀਂਦ ਖਤਮ ਹੋ ਜਾਂਦੀ ਹੈ। ਉਸ ਗਫਲਤ ਦੀ ਨੀਂਦ ਵਿੱਚੋਂ ਨਿਕਲ ਕੇ ਅਸੀਂ ਆਪਣਾ ਜੀਵਨ ਵਧੀਆ ਬਣਾ ਸਕਦੇ ਹਾਂ। ਇਸੇ ਕਰਕੇ ਗੁਰੂ ਸਾਹਿਬ ਜੀ ਨੇ ਸਾਨੂੰ ਗਫਲਤ ਦੀ ਨੀਂਦ ਤੋਂ ਜਗਾਇਆ ਹੈ। ਗੁਰਬਾਣੀ ਹਰ ਥਾਂ ਤੇ ਸਾਨੂੰ ਜਗਾਉਂਦੀ ਹੈ। ਗੁਰਬਾਣੀ ਨੇ ਕਿਤੇ ਵੀ ਸਾਨੂੰ ਰਵਾਇਆ ਨਹੀਂ ਹੈ। ਗੁਰਬਾਣੀ ਨੇ ਕਿਤੇ ਵੀ ਸਾਨੂੰ ਸੁਵਾਇਆ ਨਹੀਂ ਹੈ। ਹਰ ਇੱਕ ਥਾਂ ਤੇ ਗੁਰਬਾਣੀ ਸਾਨੂੰ ਜਗਾਉਂਦੀ ਹੈ, ਸੁਚੇਤ ਕਰਦੀ ਹੈ, ਅਵੇਅਰ ਕਰਦੀ ਹੈ। ਪਰ ਜੇ ਆਪਾਂ ਗੁਰਬਾਣੀ ਨੂੰ ਸੁਣਨ ਤੋਂ ਬਾਅਦ ਵੀ ਉਸ ਖੂਹ ਦੇ ਵਿੱਚ ਫਸੇ ਹੋਈਏ, ਉਹਨਾਂ ਜੰਮਾਂ ਦੀ ਫਾਈ ਦੇ ਵਿੱਚ ਫਸੇ ਰਹਿ ਜਾਈਏ, ਇਹ ਤੇ ਇੱਦਾਂ ਦਾ ਕੰਮ ਹੋ ਗਿਆ ਜਿਸ ਤਰ੍ਹਾਂ ਕੁਝ ਪੰਛੀਆਂ ਨੂੰ ਇੱਕ ਸਿਆਣਾ ਬੰਦਾ ਵੇਖਦਾ ਹੈ
ਕਿਸੇ ਜਾਲ ਦੇ ਵਿੱਚ ਫਸੇ ਪਏ ਨੇ। ਉਹਨੇ ਉਹਨਾਂ ਨੂੰ ਸਮਝਾਇਆ, ਜਾਲ ਦੇ ਵਿੱਚੋਂ ਕੱਢਿਆ, ਘਰ ਲਿਆ ਕੇ ਉਹਨਾਂ ਨੂੰ ਪੜ੍ਹਾਇਆ ਵੀ ਸ਼ਿਕਾਰੀ ਆਏਗਾ, ਜਾਲ ਵਿਛਾਏਗਾ, ਚੋਗਾ ਪਾਏਗਾ, ਅਸੀਂ ਜਾਲ ਵਿੱਚ ਨਹੀਂ ਫਸਣਾ। ਉਹਨਾਂ ਨੇ ਜੀ ਬੜਾ ਰੱਟਾ ਲਾਇਆ ਉਸ ਗੱਲ ਦਾ। ਉਹ ਹਰ ਵੇਲੇ ਕਹੀ ਜਾਣ, ਸ਼ਿਕਾਰੀ ਆਏਗਾ, ਚੋਗਾ ਪਾਏਗਾ, ਅਸੀਂ ਜਾਲ ਵਿੱਚ ਨਹੀਂ ਫਸਣਾ। ਹੁਣ ਇਹ ਜਿਹੜਾ ਸਿਆਣਾ ਬੰਦਾ ਸੀ, ਉਹਨੇ ਸੋਚਿਆ ਹੁਣ ਤੇ ਇਹਨਾਂ ਦੀ ਜਿਹੜੀ ਪੜ੍ਹਾਈ ਹੈ ਕੰਪਲੀਟ ਹੋ ਚੁੱਕੀ ਹੈ, ਹੁਣ ਸ਼ਾਇਦ ਇਹ ਨਹੀਂ ਫਸਣਗੇ। ਉਹਨਾਂ ਨੇ ਉਹਨਾਂ ਪੰਛੀਆਂ ਨੂੰ ਛੱਡ ਦਿੱਤਾ। ਜਦੋਂ ਛੱਡਿਆ, ਛੱਡਣ ਤੋਂ ਬਾਅਦ ਪਤਾ ਲੱਗਾ, ਜਦੋਂ ਉਹ ਰਸਤੇ ਦੇ ਵਿੱਚੋਂ ਤੁਰਿਆ ਜਾਂਦਾ ਸੀਗਾ ਬੰਦਾ ਨਾ, ਫਿਰ ਵੇਖਿਆ ਪੰਛੀ ਫਸੇ ਪਏ ਨੇ। ਅਸੀਂ ਵੀ ਗੁਰੂ ਘਰ ਦੇ ਵਿੱਚ ਆ ਕੇ ਗੁਰੂ ਦੇ ਚਰਨਾਂ ਦੇ ਨਾਲ ਜੁੜ ਕੇ, ਗੁਰੂ ਸਾਨੂੰ ਦੱਸਦਾ ਹੈ ਸ਼ਿਕਾਰੀ ਆਏਗਾ, ਜਾਲ ਵਿਛਾਏਗਾ, ਚੋਗਾ ਪਾਏਗਾ, ਅਸੀਂ ਜਾਲ ਵਿੱਚ ਨਹੀਂ ਫਸਣਾ। ਪਰ ਅਤ ਸਿਆਣੀ ਸੋਹਣੀ, ਮਛਲੀ ਜਾਲ ਨਾ ਜਾਣਿਆ, ਸਰ ਖਾਰਾ ਅਸਗਾਹਾ, ਅਤ ਸਿਆਣੀ ਸੋਹਣੀ, ਕਿਉਂ ਕਿਤੋਂ ਵੇਸਾਹਾ। ਉਹਦਾ ਬੰਦੇ ਨੂੰ ਲੱਗਦਾ ਕਿ ਮੈਂ ਬੜਾ ਹੋਸ਼ਿਆਰ ਹਾਂ। ਇੱਥੇ ਹੋਸ਼ਿਆਰੀ ਦੇ ਨਾਲ ਨਹੀਂ ਗੱਲ ਬਣਨੀ, ਸਮਝਦਾਰੀ ਦੇ ਨਾਲ ਗੱਲ ਬਣਨੀ ਹੈ। ਸਾਡੀ ਇੱਕ ਜ਼ਿੰਮੇਵਾਰੀ ਹੁੰਦੀ ਹੈ ਜੀਵਨ ਦੀ, ਉਹਦੇ ਵਿੱਚ ਸਮਝਦਾਰੀ ਦਾ ਹੋਣਾ ਬਹੁਤ ਜ਼ਰੂਰੀ ਹੈ। ਬਹੁਤ ਵਾਰੀ ਅਸੀਂ ਆਪਣੀ ਹੁਸ਼ਿਆਰੀ ਦੇ ਨਾਲ ਨਾ ਆਪਣੇ ਆਪ ਨੂੰ ਫਸਾ ਲੈਂਦੇ ਹਾਂ। ਬਚਾਉਣ ਦਾ ਉਪਰਾਲਾ ਕਰਦਾ ਬੰਦਾ, ਪਰ ਲੱਗਦਾ ਬਚਣ ਦੀ ਥਾਂ ਤੇ ਬੰਦਾ ਫਸਣ ਦਾ ਉਪਰਾਲਾ ਕਰ ਰਿਹਾ। ਸੋ ਗੁਰੂ ਨੇ ਸਾਨੂੰ ਹਰ ਥਾਂ ਤੇ, ਕਿਉਂਕਿ ਅੱਜ ਦੀ ਦੁਨੀਆ ਦੇ ਵਿੱਚ ਨਾ ਫਸਾਉਣ ਵਾਲੇ ਬਹੁਤ ਨੇ, ਬਚਾਉਣ ਵਾਲਾ ਕੇਵਲ ਗੁਰੂ ਹੈ, ਜਿਹਦੇ ਚਰਨਾਂ ਦੇ ਨਾਲ ਜੁੜ ਕੇ ਅਸੀਂ ਬਚ ਸਕਦੇ ਸੀਗੇ। ਕਿਉਂਕਿ ਤੁਸੀਂ ਸ਼ਿਕਾਰੀ ਤੇ ਪਰ ਉਪਕਾਰੀ ਦੋਨਾਂ ਦੀ ਤੁਸੀਂ ਡਰੈਸ ਵੇਖੋਗੇ, ਦੋਨਾਂ ਦੇ ਕੰਮ ਵੇਖੋਗੇ, ਕਈ ਵਾਰੀ ਇੱਕੋ ਜਿਹੇ ਜਾਪਦੇ ਨੇ, ਪਰ ਜਿਹੜੀ ਸੋਚ ਹੈ ਨਾ, ਉਹਦੇ ਵਿੱਚ ਬੜਾ ਫਰਕ ਹੁੰਦਾ ਹੈ। ਸ਼ਿਕਾਰੀ ਕਿਸੇ ਪੰਛੀ ਨੂੰ ਫੜਨ ਵਾਸਤੇ ਪਰ ਉਪਕਾਰ ਕਰਦਾ ਹੈ, ਉਹ ਸ਼ਾਇਦ ਉਪਰਾਲਾ, ਉਹਦਾ ਕੰਮ ਵੀ ਉੱਦਾਂ ਦਾ ਹੀ ਹੈ। ਤੇ ਇੱਕ ਬੰਦਾ ਜਿਹੜਾ ਪਰ ਉਪਕਾਰੀ ਸਾ, ਉਹ ਕਿਸੇ ਦਾ ਢਿੱਡ ਭਰਨ ਵਾਸਤੇ ਗਿਆ ਸੀ, ਉਹ ਪੰਛੀਆਂ ਦੀ ਹੈਲਪ ਕਰਨ ਵਾਸਤੇ ਗਿਆ ਸੀਗਾ। ਹੁਣ ਕੱਪੜੇ ਵੀ ਇੱਕੋ ਜਿਹੇ, ਝੋਲਾ ਵੀ ਇੱਕੋ ਜਿਹਾ, ਕੰਮ ਵੀ ਇੱਕੋ ਜਿਹਾ, ਪਰ ਸੋਚ ਵਿੱਚ ਫਰਕ ਹੈ। ਗੁਰੂ ਸਾਹਿਬ ਜੀ ਨੇ ਸਾਡੀ ਸੋਚ ਨੂੰ ਚੇਂਜ ਕੀਤਾ ਹੈ, ਸਾਨੂੰ ਸੋਚ ਕਰਕੇ ਅਵੇਅਰ ਕੀਤਾ ਹੈ। ਕਿਉਂਕਿ ਇੱਥੇ ਜਾਲ ਪਸਾਰ ਚੋਗ ਬਿਸਥਾਰੀ, ਪੰਖੀ ਜਿਉ ਫਾਵਤ ਹੈ, ਕਹੋ ਨਾਨਕ ਬੰਧਨ ਕਾਟਣ ਕੋ, ਮੈਂ ਸਤਿਗੁਰ ਪੁਰਖ ਧਿਆਵਤ ਹੈ। ਮੈਂ ਸਤਿਗੁਰ ਪੁਰਖ ਨੂੰ ਚੇਤੇ ਕਰਨਾ ਸੀਗਾ। ਮੈਂ ਇਹਨਾਂ ਬੰਧਨਾਂ ਦੇ ਵਿੱਚੋਂ ਨਿਕਲਣ ਦੇ ਵਾਸਤੇ, ਇਸ ਖੂਹ ਦੇ ਵਿੱਚੋਂ ਨਿਕਲਣ ਦੇ ਵਾਸਤੇ, ਨਿਕਸਰੇ ਪੰਖੀ ਸਿਮਰ ਹਰ ਪਾਂਖ, ਸਿਮਰਨ ਦੇ ਖੰਭ, ਸੇਵਾ ਦੇ ਖੰਭ, ਉਹਨਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਵਰਤੋਂ ਵਿੱਚ ਲਿਆ। ਕਿਉਂਕਿ ਕਈ ਵਾਰੀ ਨਾ ਅਸੀਂ ਸ਼ਬਦ ਨੂੰ ਪੜ੍ਹਨ ਵਾਸਤੇ ਹੀ ਸੀਮਤ ਰੱਖਿਆ ਹੋਇਆ ਹੈ। ਪੜ੍ਹਾਈ ਕੇਵਲ ਪੜ੍ਹਨ ਵਾਸਤੇ ਸੀਮਤ ਨਹੀਂ ਹੁੰਦੀ, ਵਰਤਣ ਵਾਸਤੇ ਵੀ ਹੁੰਦੀ ਹੈ। ਅੱਜ ਤੱਕ ਜਿੰਨੇ ਕੁ ਬੱਚੇ ਸਾਡੇ ਐਜੂਕੇਟ ਹੁੰਦੇ ਨੇ, ਕਿ ਉਹ ਪੜ੍ਹਾਈ ਦੀ ਵਰਤੋਂ ਨਹੀਂ ਕਰਦੇ। ਜੇ ਨਾ ਕਰਨ ਤੇ ਸਾਡਾ ਸਵਾਲ ਹੁੰਦਾ ਹੈ, ਪੁੱਤ ਤੂੰ ਇੰਨੀ ਪੜ੍ਹਾਈ ਕੀਤੀ ਹੋਈ ਹੈ, ਤੂੰ ਇਹਦੀ ਵਰਤੋਂ ਕਿਉਂ ਨਹੀਂ ਕਰਦਾ? ਇਹਦੇ ਨਾਲ ਤੇ ਤੂੰ ਬੜਾ ਕੁਝ ਕਮਾ ਸਕਦਾ ਸੀ ਆਪਣੇ ਜੀਵਨ 'ਚ। ਗੁਰਬਾਣੀ ਵੀ ਇਸੇ ਤਰ੍ਹਾਂ ਹੈ। ਜਦੋਂ ਆਪਾਂ ਇਹਦੀ ਪੜ੍ਹਾਈ ਕਰਦੇ ਹਾਂ, ਨਾਲ ਨਾਲ ਕਮਾਈ ਵੀ ਹੋਣੀ ਚਾਹੀਦੀ ਹੈ। ਸੋ ਇੱਥੇ ਨਿਕਸਰੇ ਪੰਖੀ ਸਿਮਰ ਹਰ ਪਾਂਖ, ਮਨ ਇੱਕ ਪੰਛੀ ਹੈ, ਕਾਮ ਦੀ, ਕ੍ਰੋਧ ਦੀ, ਲੋਭ ਦੀ, ਮੋਹ ਦੀ, ਹੰਕਾਰ ਦੀ ਦਲਦਲ ਵਿੱਚ ਫਸਿਆ ਪਿਆ ਹੈ। ਗੁਰਬਾਣੀ ਦੇ ਵਿੱਚ ਹੰਸ ਹੇਤ ਲੋਭ ਕੋਪ ਚਾਰੇ ਨਦੀਆਂ ਅੱਗ, ਪਵਹਿ ਦਜਹਿ ਨਾਨਕਾ ਤਰੀਏ ਚਰਣੀ ਲਗ। ਜੇ ਤਰਨਾ
ਤੇ ਫਿਰ ਚਰਨਾਂ ਦੇ ਨਾਲ ਜੁੜਨਾ ਪੈਣਾ ਹੈ। ਤਮ ਸੰਸਾਰ ਚਰਨ ਲਗ ਤਰੀਐ, ਸਭ ਨਾਨਕ ਬ੍ਰਹਮ ਪਸਾਰੂ। ਇਸ ਸੰਸਾਰ ਦੇ ਭਵਜਲ ਦੇ ਵਿੱਚੋਂ ਤਰ ਤਾਂ ਸਕਦੇ ਹਾਂ ਜੇ ਆਪਾਂ ਚਰਨਾਂ ਦੇ ਨਾਲ ਜੁੜ ਜਾਈਏ। ਦੇਖੋ, ਫਸਦੇ ਵੀ ਤਾਂ ਹਾਂ ਜਦੋਂ ਚਰਨਾਂ ਦੇ ਨਾਲੋਂ ਟੁੱਟਦੇ ਹਾਂ, ਔਰ ਬਚਦੇ ਵੀ ਤਾਂ ਜਦੋਂ ਚਰਨਾਂ ਦੇ ਨਾਲ ਜੁੜ ਜਾਂਦੇ ਹਾਂ। ਅਸਲ ਵਿੱਚ ਫਸਣ ਦਾ ਕਾਰਨ ਇਹੀ ਹੈ ਕਿਉਂਕਿ ਆਪਾਂ ਗੁਰਬਾਣੀ ਦੇ ਨਾਲੋਂ ਟੁੱਟ ਚੁੱਕੇ ਹਾਂ, ਸਿਧਾਂਤ ਦੇ ਨਾਲੋਂ ਟੁੱਟ ਚੁੱਕੇ ਹਾਂ, ਵਿਚਾਰ ਦੇ ਨਾਲੋਂ ਟੁੱਟ ਚੁੱਕੇ ਹਾਂ, ਗੁਰੂ ਦੇ ਕਿਰਦਾਰ ਨਾਲੋਂ ਟੁੱਟ ਚੁੱਕੇ ਹਾਂ। ਇੱਕ ਨਾ ਭਾਈ ਨੰਦ ਲਾਲ ਜੀ ਨੇ ਬੜੀ ਅੱਛੀ ਗੱਲ ਕੀਤੀ ਸੀਗੀ। ਉਹ ਕਹਿੰਦੇ ਨੇ ਕਿ ਡੁੱਬਦਾ ਪਤਾ ਕੌਣ ਹੈ? ਜਿਹੜਾ ਗੁਰੂ ਤੋਂ ਟੁੱਟ ਗਿਆ, ਗੁਰੂ ਤੋਂ ਛੁੱਟ ਗਿਆ, ਉਹ ਡੁੱਬਦਾ ਹੈ। ਕਹਿੰਦੇ ਇੱਕ ਵਾਰੀ ਗੁਰੂ ਕਲਗੀਧਰ ਪਾਤਸ਼ਾਹ ਜੀ ਗੋਦਾਵਰੀ ਦੇ ਕੰਢੇ ਤੇ ਗੁਰੂ ਕੇ ਸਿੱਖਾਂ ਦੇ ਨਾਲ ਸੈਰ ਕਰ ਰਹੇ ਸੀਗੇ। ਗੁਰੂ ਪਾਤਸ਼ਾਹ ਜੀ ਨੇ ਇੱਕ ਪੱਥਰ ਚੁੱਕਿਆ, ਨਦੀ ਦੇ ਵਿੱਚ ਸੁੱਟ ਦਿੱਤਾ। ਸਿੱਖਾਂ ਨੂੰ ਸਵਾਲ ਕੀਤਾ, ਸਿੱਖੋ ਪੱਥਰ ਡੁੱਬਿਆ ਕਿਉਂ ਹੈ? ਸਿੱਖਾਂ ਨੇ ਜਵਾਬ ਦਿੱਤਾ, ਸਤਿਗੁਰੂ, ਪਾਣੀ ਹਲਕਾ ਹੁੰਦਾ ਹੈ, ਪੱਥਰ ਭਾਰਾ ਹੁੰਦਾ ਹੈ, ਇਸ ਕਰਕੇ ਡੁੱਬ ਗਿਆ। ਦੂਜੀ ਵਾਰ ਫਿਰ ਗੁਰੂ ਸਾਹਿਬ ਜੀ ਨੇ ਉਹੀਓ ਹੀ ਕੰਮ ਕੀਤਾ। ਫਿਰ ਸਿੱਖਾਂ ਦਾ ਜਵਾਬ, ਸਤਿਗੁਰੂ, ਪਾਣੀ ਹਲਕਾ, ਪੱਥਰ ਭਾਰਾ, ਇਸ ਕਰਕੇ ਡੁੱਬ ਗਿਆ। ਤੀਜੀ ਵਾਰ ਜਿਹੜਾ ਸਵਾਲ ਕੀਤਾ ਨੰਦ ਲਾਲ ਸਿੰਘ ਨੂੰ, ਨੰਦ ਲਾਲ ਸਿੰਘ ਨੂੰ ਕਿਹਾ ਕਿ ਨੰਦ ਲਾਲ, ਪੱਥਰ ਡੁੱਬਿਆ ਕਿਉਂ ਹੈ? ਨੰਦ ਲਾਲ ਪਤਾ ਕੀ ਕਹਿੰਦਾ? ਸਤਿਗੁਰੂ, ਮੈਨੂੰ ਇੱਦਾਂ ਲੱਗਦਾ ਹੈ ਜਿਹੜਾ ਤੇਰੇ ਹੱਥੋਂ ਛੁੱਟ ਗਿਆ ਉਹ ਡੁੱਬ ਗਿਆ। ਯਾਨੀ ਗੁਰੂ ਦੇ ਹੱਥੋਂ ਛੁੱਟਣਾ, ਗੁਰੂ ਦੇ ਚਰਨਾਂ ਦੇ ਨਾਲੋਂ ਟੁੱਟਣਾ ਹੀ ਸਾਡਾ ਡੁੱਬਣ ਦਾ ਕਾਰਨ ਹੈ, ਫਸਣ ਦਾ ਕਾਰਨ ਹੈ। ਉਹਨਾਂ ਨੇ ਆਪਣੀ ਗਜ਼ਲ ਦੇ ਵਿੱਚ ਜ਼ਿਕਰ ਕੀਤਾ ਹੈ, ਬ੍ਰਾਹਮਣ ਮੁਸਤਾਕੈ ਬੁੱਤ, ਮੈਂ ਨਾ ਡੁੱਬਾਂ। ਕੋਈ ਬੁੱਤ ਦੀ ਪੂਜਾ ਕਰਦਾ ਹੈ, ਮੈਂ ਨਾ ਡੁੱਬਾਂ। ਜਾਹਿਦ ਫਿਦਾਹੇ ਖਾਨ ਕਹਿ, ਕੋਈ ਮਸੀਤ ਵਿੱਚ ਜਾ ਕੇ ਰੱਬ ਨੂੰ ਸਿਜਦਾ ਕਰਦਾ, ਮੈਂ ਨਾ ਡੁੱਬਾਂ। ਭਾਈ ਨੰਦ ਲਾਲ ਜੀ ਕਹਿੰਦੇ ਨੇ, ਹਰ ਕੁਜਾ ਜਲਾ ਮੁਹੱਬਤ ਸਰਸਾਰ ਦੀਦਮ ਅਸਤ। ਮੈਨੂੰ ਇੱਦਾਂ ਲੱਗਦਾ ਸਤਿਗੁਰੂ ਤੇਰਾ ਜਿਹੜਾ ਤੇਰੇ ਹੱਥੋਂ ਛੁੱਟ ਗਿਆ ਉਹ ਡੁੱਬ ਗਿਆ। ਇੱਥੇ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਨਿਕਸਰੇ ਪੰਖੀ ਸਿਮਰ ਹਰ ਪਾਖ। ਇਹ ਜਿਹੜੇ ਪਰ ਨੇ, ਇਹਨਾਂ ਦੀ ਤਿਆਰੀ ਸਾਨੂੰ ਕਰਨੀ ਪੈਣੀ ਹੈ, ਕਿਉਂਕਿ ਜਦੋਂ ਤੱਕ ਇਹ ਤਿਆਰੀ ਨਹੀਂ ਹੋਏਗੀ ਨਾ, ਤੇ ਫਿਰ ਆਪਾਂ ਭਾਵੇਂ ਜਿੰਨਾ ਮਰਜ਼ੀ ਨਾਮ ਸਿਮਰਨ, ਕਿਉਂਕਿ ਧਰਤੀ ਤਿਆਰ ਕਰਨੀ ਪੈਂਦੀ ਹੈ। ਬਾਰਿਸ਼ ਸੇ ਰਹਿਮਤ ਹੋਈ ਪਰ ਜੰਮੀ ਕਾਬਿਲ ਨਾ ਥੀ। ਇਹ ਨਾ ਹੋਵੇ ਕਿ ਸਾਡੀ ਇਹ ਜਿਹੜੀ ਧਰਤੀ ਇਹ ਕਾਬਿਲ ਨਾ ਹੋਵੇ, ਇਹਨੂੰ ਪਹਿਲਾਂ ਕਾਬਿਲ ਬਣਾਈਏ, ਫਿਰ ਇਹਦੇ ਨਾਲ ਨਾਮ ਸਿਮਰਨ ਦੇ ਪਰ ਉਹਨਾਂ ਖੰਭਾਂ ਨੂੰ ਜੋੜੀਏ, ਫਿਰ ਨਿਕਸਰੇ ਪੰਖੀ ਸਿਮਰ ਹਰ ਪਾਖ, ਉਸ ਪਰਮਾਤਮਾ ਨੂੰ ਚੇਤੇ ਕਰੀਏ। ਮਿਲ ਸਾਧੂ ਸਰਨ ਗਹੋ ਪੂਰਨ ਰਾਮ ਰਤਨ ਹੀਰੇ ਸੰਗ ਰਾਖ। ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ, ਕਹਿੰਦੇ ਮੈਂ ਤੈਨੂੰ ਤਰਨ ਦਾ ਵੀ ਬਚਣ ਦਾ ਵੀ ਇੱਕ ਢੰਗ ਦੱਸ ਦੇਣਾ। ਜੇ ਤੂੰ ਫਸਿਆ ਹੋਇਆ ਹੈ ਨਾ, ਜੇ ਬਚਣਾ ਹੈ ਤੇ ਫਿਰ ਪੂਰਨ ਸਾਧੂ ਗੁਰੂ ਨੂੰ ਮਿਲ। ਸਾਧੂ ਸ਼ਬਦ ਦੀ ਵਿਆਖਿਆ ਜਦੋਂ ਆਪਾਂ ਗੁਰਬਾਣੀ ਵਿੱਚੋਂ ਵੇਖਦੇ ਹਾਂ, ਸਾਧੂ ਸਾਧਨਾ ਦੇ ਨਾਲ ਬਣਦਾ ਹੈ। ਸਾਧੂ ਜਿਹਨੇ ਆਪਣੀ ਸਾਧਨਾ ਦੇ ਨਾਲ ਆਪਣੇ ਆਪ ਨੂੰ ਸਿੱਧ ਕੀਤਾ ਹੋਵੇ, ਉਹਨੂੰ ਸਾਧੂ ਕਿਹਾ ਜਾਂਦਾ ਹੈ। ਤੇ ਗੁਰਬਾਣੀ ਦੇ ਵਿੱਚ ਜਬ ਤੇ ਦਰਸ਼ਨ ਭੇਟੇ ਸਾਧੂ, ਭਲੇ ਦਿਨਸ ਹੋਏ ਆਏ, ਮਹਾ ਆਨੰਦ ਸਦਾ ਕਰ ਕੀਰਤਨ ਪੁਰਖ ਵਿਦਾਤਾ ਪਾਏ। ਸਾਧੂ ਸੰਗ ਭਜੋ ਗੋਪਾਲ, ਆਨ ਸੰਜਮ ਕਿਛ ਨਾ ਸੁਝੈ, ਇਹ ਜਤਨ ਘਾਟ ਕਲਕਾਲ। ਇੱਥੇ ਗੁਰੂ ਸਾਹਿਬ ਜੀ ਕਹਿੰਦੇ ਨੇ, ਮਿਲ ਸਾਧੂ ਸਰਨ ਗਹੋ। ਹੁਣ ਸਾਧੂ ਨੂੰ ਮਿਲਣਾ ਕਿੱਦਾਂ? ਕਬੀਰ ਸਾਧੂ ਕੋ ਮਿਲਣਾ ਜਾਈਏ, ਸਾਥ ਨਾ ਲੀਜੈ ਕੋਏ। ਅਸੀਂ ਬੜਾ ਕੁਝ ਨਾਲ ਲੈ ਕੇ ਆਉਂਦੇ ਹਾਂ।
ਜਦੋਂ ਅਸੀਂ ਬੜਾ ਕੁਝ ਨਾਲ ਲੈ ਕੇ ਆਨੇ ਆ, ਉਹਦੇ ਵਿੱਚ ਈਰਖਾ ਹੋ ਸਕਦੀ ਹੈ, ਦੁਵੈਸ ਹੋ ਸਕਦੀ ਹੈ, ਚੁਗਲੀ ਹੋ ਸਕਦੀ ਹੈ, ਠੱਗੀ ਹੋ ਸਕਦੀ ਹੈ, ਧੋਖਾ ਹੋ ਸਕਦਾ ਹੈ, ਫਰੇਬੀ ਹੋ ਸਕਦੀ ਹੈ। ਉਹਨਾਂ ਦੇ ਨਾਲ ਮਿਲਾਪ ਨਹੀਂ ਹੋਣਾ ਜਦੋਂ ਉਹਨਾਂ ਨੂੰ ਛੱਡ ਕੇ ਆਵਾਂਗੇ। ਇੱਥੇ ਮਨ ਨੂੰ ਕੱਲਾ ਲੈ ਕੇ ਆਈਏ ਤੇ ਮਨ ਗੁਰੂ ਚਰਨਾਂ ਦੇ ਵਿੱਚ ਰੱਖ ਦਈਏ, ਗੁਰੂ ਨੇ ਸਾਡੀ ਝੋਲੀ ਦੇ ਵਿੱਚ ਅਮੋਲਕ ਦਾਤ ਪਾ ਦੇਣੀ ਹੈ। ਫਿਰ ਜਿਹੜੀ ਬਚਣ ਦੀ ਵਿਧ ਹੈ, ਬਚਣ ਦਾ ਜਿਹੜਾ ਢੰਗ ਹੈ, ਉਹ ਗੁਰੂ ਨੇ ਸਾਨੂੰ ਦੱਸਣਾ ਹੈ, ਕਿਉਂਕਿ ਗੁਰੂ ਦੀ ਇਹ ਵਿਸ਼ੇਸ਼ਤਾ ਹੈ। ਗੁਰੂ ਸਾਨੂੰ ਬਚਾਉਂਦਾ ਹੈ, ਗੁਰੂ ਸਾਨੂੰ ਸਮਝਾਉਂਦਾ ਹੈ। ਪਰ ਜੇ ਆਪਾਂ ਗੁਰੂ ਦੇ ਸਮਝਾਏ ਨਾ ਸਮਝੀਏ, ਗੁਰੂ ਦੇ ਬਚਾਏ ਨਾ ਬਚੀਏ, ਸੱਚ ਕਰਕੇ ਜਾਣਨਾ ਦੁਨੀਆ ਦੇ ਵਿੱਚ ਹੋਰ ਇਹੋ ਜਿਹੀ ਕੋਈ ਥਾਂ ਨਹੀਂ ਲੱਭਣੀ ਜਿੱਥੇ ਜਾ ਕੇ ਅਸੀਂ ਬਚ ਸਕਦੇ ਹੋਈਏ। ਜਿਹੜਾ ਦਰਖਤ ਪਾਣੀ ਦੇ ਵਿੱਚ ਰਹਿ ਕੇ ਸੁੱਕ ਜੇ ਨਾ, ਉਹਨੂੰ ਦੁਨੀਆ ਦੀ ਕੋਈ ਤਾਕਤ ਹਰਿਆ ਨਹੀਂ ਕਰ ਸਕਦੀ। ਜਿਹੜਾ ਪ੍ਰਾਣੀ ਬਾਣੀ ਪੜ੍ਹਨ ਤੋਂ ਬਾਅਦ ਵੀ ਰੁੱਖਾ ਹੈ, ਉਦਾਸ ਹੈ, ਤੇ ਵਿਕਾਸ ਕਿੱਥੋਂ ਪ੍ਰਾਪਤ ਕਰੇਗਾ? ਉਹ ਖੁਸ਼ੀ ਕਿੱਥੋਂ ਪ੍ਰਾਪਤ ਕਰ ਸਕਦਾ ਹੈ? ਸੋ ਫਸਣ ਤੋਂ ਬਚਣ ਤੱਕ ਦਾ ਜਿਹੜਾ ਸਫ਼ਰ ਹੈ, ਮਿਲ ਸਾਧੂ ਨੂੰ ਮਿਲਣਾ ਹੈ। ਮਿਲਣ ਦੇ ਵਾਸਤੇ ਸਾਥ ਨਾ ਲਿਜੈ ਕੋਏ, ਕਿਉਂਕਿ ਸਾਧੂ ਬਣਨਾ, ਸਾਧੂ ਇੱਥੇ ਗੁਰੂ ਨੂੰ ਕਿਹਾ। ਸਾਧੂ ਸੰਗ ਭਜੋ ਗੋਪਾਲ, ਆਨ ਸੰਜਮ ਕਿਛ ਨਾ ਸੁਝੈ, ਇਹ ਯਤਨ ਘਾਟ ਕਲ ਕਾਲ। ਇਹ ਜਿਹੜੀ ਜੰਮਾਂ ਦੀ ਫਾਈਆਂ ਤੇਰੇ ਜੀਵਨ ਵਿੱਚ ਪਈਆਂ ਹੋਈਆਂ ਨੇ ਨਾ, ਤੂੰ ਕੇਵਲ ਸਾਧੂ ਦੇ ਯਤਨ ਦੇ ਨਾਲ ਇਹਨਾਂ ਨੂੰ ਕੱਟ ਸਕਦਾ ਹੈ। ਸਾਧੂ ਦੇ ਸੰਦੇਸ਼ ਨਾਲ। ਸਾਧੂ ਬਣਨਾ ਸੌਖਾ ਨਹੀਂ ਹੈ, ਬੜਾ ਔਖਾ ਹੈ। ਕਿਸੇ ਨੂੰ ਗੱਲ ਕੀਤੀ, ਇੱਕ ਬੰਦਾ ਸਾਧੂ, ਉਹਨੂੰ ਇੱਕ ਬੰਦਾ ਰੋਜ਼ ਆਖੇ ਵੀ ਤੂੰ ਸਾਧੂ ਹੈ? ਕਹਿੰਦੇ ਹਾਲੇ ਮੈਂ ਤੈਨੂੰ ਨਹੀਂ ਦੱਸ ਸਕਦਾ। ਉਹਨੇ ਰੋਜ਼ ਪੁੱਛਣਾ। ਇੱਕ ਦਿਨ ਉਹਦੀ ਸਾਧੂ ਦੀ ਮੌਤ ਹੋਣ ਵਾਲੀ, ਤੇ ਉਹਨੇ ਆਪਣੇ ਚੇਲਿਆਂ ਨੂੰ ਕਿਹਾ ਵੀ ਉਹਨੂੰ ਬੁਲਾ ਕੇ ਲਿਆਓ ਬੰਦੇ ਨੂੰ, ਜਿਹੜਾ ਮੈਨੂੰ ਕਹਿੰਦਾ ਵੀ ਇਹ ਸਾਧੂ ਹੈ। ਹੁਣ ਉਹ ਬੰਦਾ ਬੜਾ ਹੈਰਾਨ, ਕਹਿੰਦੇ ਮੈਂ ਇੰਨੇ ਦਿਨਾਂ ਤੋਂ ਪੁੱਛ ਰਿਹਾ ਸੀਗਾ, ਦੱਸਿਆ ਕੋਈ ਨਹੀਂ, ਅੱਜ ਕੀ ਹੋਇਆ ਸਾਧੂ ਨੂੰ? ਤੇ ਉਹ ਸਾਧੂ ਦੇ ਕੋਲ ਆਇਆ। ਉਹ ਬੇਨਤੀ ਕਰਦਾ ਹੈ, ਸਾਧੂ ਜੀ ਹੁਕਮ ਕਰੋ। ਕਹਿੰਦੇ ਹੁਣ ਮੈਂ ਸਾਧੂ ਬਣ ਗਿਆ। ਕਹਿੰਦੇ ਕਿਉਂ? ਇਹ ਗੱਲ ਤੇ ਤੁਸੀਂ ਮੈਨੂੰ 5-7 ਸਾਲ ਪਹਿਲਾਂ ਵੀ ਕਹਿ ਸਕਦੇ ਸੀਗੇ। ਕਹਿੰਦੇ ਨਾ, ਇੱਥੇ ਕੋਈ ਦਾਵਾ ਨਹੀਂ ਹੈ। ਸਾਦਗੀ ਨੂੰ ਮੇਨਟੇਨ ਕਰਨ ਦੇ ਵਾਸਤੇ ਬੜਾ ਟਾਈਮ ਲੱਗਦਾ ਹੈ, ਤੇ ਕੋਈ ਪਤਾ ਨਹੀਂ ਮਨ ਤਿਲਕਣਬਾਜ਼ੀ ਦੇ ਵਿੱਚ ਕਦੋਂ ਤਿਲਕ ਜੇ। ਹੁਣ ਕਹਿੰਦੇ ਮੇਰੀ ਮੌਤ ਹੋਣ ਲੱਗੀ ਹੈ, ਹੁਣ ਮੈਂ ਆਪਣੇ ਆਪ ਨੂੰ ਸਾਧੂ ਕਹਿ ਸਕਦਾ, ਕਿਉਂਕਿ ਹੁਣ ਮੇਰੇ ਦਿਲ ਵਿੱਚ ਕੋਈ ਕਪਟ ਨਹੀਂ ਹੈ, ਕੋਈ ਵਿਕਾਰ ਨਹੀਂ ਹੈ। ਨਹੀਂ ਤੇ ਇੱਥੇ ਤੇ ਉਹ ਵੀ ਸਾਧੂ ਵੇਖੇ ਜਾਂਦੇ ਨੇ ਨਾ। ਮੈਂ ਜਾਣਿਆ ਵਡ ਹੰਸ ਹੈ, ਤਾਂ ਮੈਂ ਕੀਆ ਸੰਗ, ਜੇ ਜਾਣਾ ਬਗ ਬਪੜਾ ਤਾਂ ਜਨਮ ਨਾ ਦਿੰਦੀ ਅੰਗ। ਇੱਥੇ ਉਹ ਪਰ ਉਪਕਾਰੀ ਨਹੀਂ, ਉਹ ਸ਼ਿਕਾਰੀ ਬਣ ਕੇ ਬੈਠੇ ਹੋਏ ਸੀਗੇ। ਇੱਥੇ ਪਰ ਉਪਕਾਰੀ ਸਾਧੂ ਨੂੰ ਮਿਲਣਾ ਹੈ। ਮਿਲ ਸਾਧੂ ਸਰਨ ਗਹੋ ਪੂਰਨ, ਰਾਮ ਰਤਨ ਹੀਰੈ ਸੰਗ ਰਾਖ। ਗੁਰੂ ਦੀ ਚਰਨ ਸਰਨ ਦੇ ਨਾਲ ਜੁੜਨਾ ਹੈ। ਫਿਰ ਪੂਰਨ ਪਰਮਾਤਮਾ, ਰਾਮ ਰਤਨ ਹੀਰੈ ਸੰਗ ਰਾਖ। ਜਿਹੜਾ ਰੱਬ ਦਾ ਨਾਮ ਇੱਕ ਰਤਨ ਰੂਪ ਦੇ ਵਿੱਚ ਹੈ, ਉਹਨੂੰ ਆਪਣੇ ਹਿਰਦੇ ਦੀ ਦੁਨੀਆ ਦੇ ਵਿੱਚ ਸੰਭਾਲ ਕੇ ਰੱਖਣਾ ਹੈ। ਅਸੀਂ ਆਪਣੇ ਹਿਰਦੇ ਦੀ ਦੁਨੀਆ ਦੇ ਵਿੱਚ ਬੜਾ ਕੁਝ ਸੰਭਾਲ ਕੇ ਰੱਖਦੇ ਹਾਂ। ਇੱਕੋ ਚੀਜ਼ ਹੈ ਜਿਹੜੀ ਸੰਭਾਲ ਨਹੀਂ ਕੀਤੀ ਬੰਦੇ ਨੇ, ਉਹ ਹੈ ਪਰਮੇਸ਼ਵਰ ਪਰਮਾਤਮਾ ਦਾ ਨਾਮ। ਜਦ ਕਿ ਨਾਮ ਦੀ ਸੰਭਾਲ ਹੋਣੀ ਚਾਹੀਦੀ ਸੀਗੀ। ਬੰਦੇ ਨੇ ਆਪਣੇ ਕਾਰੋਬਾਰਾਂ ਦੀ ਸੰਭਾਲ ਕੀਤੀ ਹੈ, ਕਰਨੀ ਚਾਹੀਦੀ ਹੈ, ਕਿਉਂਕਿ ਅਸੀਂ ਗ੍ਰਸਤ ਜੀਵਨ ਨੂੰ ਪ੍ਰਧਾਨ ਕਹਿੰਦੇ ਹਾਂ। ਇੱਥੇ ਪਰਿਵਾਰ ਦੇ ਵਿੱਚ ਰਹਿ ਕੇ ਜ਼ਿੰਮੇਦਾਰੀਆਂ ਨਿਭਾਉਂਦੀਆਂ ਸਮਝਦਾਰੀ ਦੇ ਨਾਲ ਤੂੰ ਰੱਬ ਦੇ ਚਰਨਾਂ ਦੇ ਨਾਲ ਜੁੜਨਾ ਹੈ। ਇਸ ਢੰਗ ਨਾਲ ਨਿਕਸ ਰੇ ਪੰਖੀ, ਸਿਮਰ ਹਰ ਪਾਖ, ਮਿਲ ਸਾਧੂ ਸਰਨ ਗਹੋ ਪੂਰਨ, ਰਾਮ ਰਤਨ ਹੀਰੇ ਸੰਗ ਰਾਖ। ਰਹਾਓ, ਇਹ ਰਾਹੂ ਵਾਲਾ ਬੰਦ ਸੀ। ਹੁਣ ਇਹ ਜਿਹੜੇ ਪਰ ਨੇ ਸੇਵਾ ਤੇ ਸਿਮਰਨ ਦੇ, ਇਹ ਸਾਨੂੰ ਗੁਰਬਾਣੀ ਵਿੱਚੋਂ ਪ੍ਰਾਪਤ ਹੋਣਗੇ। ਜਦੋਂ ਆਪਾਂ ਇਹਨਾਂ ਖੰਭਾਂ ਦੇ ਨਾਲ ਉੱਡਣ ਦੀ ਕੋਸ਼ਿਸ਼ ਕਰਾਂਗੇ, ਕਿਉਂਕਿ ਉੱਡਣ ਵਾਸਤੇ ਖੰਭ ਚਾਹੀਦੇ ਨੇ, ਤੁਰਨ ਵਾਸਤੇ ਚਰਨ ਚਾਹੀਦੇ ਨੇ।
ਔਰ ਗੁਰੂ ਪਾਤਸ਼ਾਹ ਜੀ ਨੇ ਸਾਨੂੰ ਉਹ ਚਰਨ ਵੀ ਦਿੱਤੇ ਨੇ, ਸਾਨੂੰ ਉਹ ਖੰਭ ਵੀ ਦਿੱਤੇ ਨੇ ਜਿਨ੍ਹਾਂ ਦੇ ਨਾਲ ਅਸੀਂ ਉਡਾਰੀ ਮਾਰ ਸਕਦੇ ਹਾਂ। ਇਹ ਨਾ ਹੋਵੇ ਕਿ ਅਸੀਂ ਉਸ, ਇੱਥੇ ਅਗਲਾ ਜਿਹੜਾ ਬੰਦ ਹੈ, ਭਰਮ ਕੀ ਕੋਈ ਤ੍ਰਿਸ਼ਨਾ ਰਸ ਪੰਕਜ ਅਤ ਤਿਖਣ ਮੋਹ ਕੀ ਫਾਸ ਕਾਟਣ ਹਾਰ ਜਗਤ ਗੁਰੂ ਗੋਬਿੰਦ ਚਰਨ ਕਮਲ ਤਾਂ ਕੇ ਕਰੋ ਨਿਵਾਸ। ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਬਖਸ਼ਿਸ਼ ਕਰਦੇ ਨੇ ਕਿ ਮਨੁੱਖ ਨੇ ਆਪਣੀ ਜ਼ਿੰਦਗੀ ਦੇ ਵਿੱਚ ਨਾ ਭਰਮ ਦਾ ਇੱਕ ਛੋਟਾ ਜਿਹਾ ਖੂਹ ਤਿਆਰ ਕੀਤਾ ਹੋਇਆ ਹੈ। ਇੱਕ ਖੂਹ ਵੱਡਾ ਹੁੰਦਾ ਹੈ ਤੇ ਖੂਹੀ ਛੋਟੀ ਹੁੰਦੀ ਹੈ। ਭਰਮ ਕੀ ਕੂਈ, ਹੁਣ ਇਸ ਭਰਮ ਦੀ ਕੂਈ ਦੇ ਵਿੱਚ ਇੱਕ ਤ੍ਰਿਸ਼ਨਾ ਹੈ, ਇੱਕ ਦੁਨਿਆਵੀ ਰਸ, ਚਸਕੇ, ਸਵਾਦ, ਜਿਨ੍ਹਾਂ ਸਵਾਦਾਂ ਕਰਕੇ ਅੱਜ ਬੰਦਾ ਆਪਣੀ ਹੈਲਥ ਨੂੰ ਨਹੀਂ ਸੰਭਾਲ ਪਾ ਰਿਹਾ ਹੈ। ਜਿਨ੍ਹਾਂ ਸਵਾਦਾਂ ਕਰਕੇ ਬੰਦਾ ਕਿਤੇ ਨਾ ਕਿਤੇ ਅੱਜ ਤਕਲੀਫ ਦੇ ਵਿੱਚ ਹੈ, ਕਿਉਂਕਿ ਇਹ ਜਿਹੜੇ ਚਸਕੇ ਨੇ ਨਾ, ਇਹ ਬੰਦੇ ਨੂੰ ਪਰੇਸ਼ਾਨ ਕਰਦੇ ਨੇ। ਇੱਥੇ ਇੱਕ ਭਰਮ ਦੀ ਖੂਹੀ ਦੇ ਵਿੱਚ ਤ੍ਰਿਸ਼ਨਾ ਦੀ ਅੱਗ, ਰਸਾਂ ਦਾ ਚਸਕਾ, ਤੇ ਬੰਦਾ ਉਸ ਭਰਮ ਦੀ ਖੂਹੀ ਦੇ ਵਿੱਚ ਡਿੱਗਿਆ ਹੋਇਆ ਹੈ। ਹੁਣ ਇਹਦੇ ਵਿੱਚ ਭਾਵੇਂ ਲੋਭ ਲਹਿਰ ਅਤ ਨਿਜਰ ਬਾਜੈ ਕਾਇਆ ਡੁੱਬੈ ਕੇਸਵਾ ਨਾਮਾ ਕਹਿ ਹੋ ਤਰਬੇ ਨਾ ਜਾਨੋ ਬਾਪ ਬੇਟਲਾ ਮੋਕੋ ਬਾਹ ਦੇ। ਮੈਂ ਤਰਨਾ ਨਹੀਂ ਜਾਣਦਾ, ਇੱਥੇ ਤੇ ਲੋਭ ਲਹਿਰ ਤ੍ਰਿਸ਼ਨਾ ਰਸ ਚਸਕੇ ਈਰਖਾ ਦਵੈਸ ਸਭ ਕੁਝ ਭਰੀ ਪਈ ਹੈ। ਬੰਦੇ ਨੂੰ ਇਹ ਨਹੀਂ ਪਤਾ ਈਰਖਾ ਕਰਕੇ ਕਰਨਾ ਕੀ ਹੈ ਤੂੰ। ਇੱਥੇ ਤੇ ਗੁਰਬਾਣੀ ਨੇ ਇੱਥੇ ਤੱਕ ਦੀ ਗੱਲ ਕੀਤੀ ਸੀਗੀ, ਛਾੜ ਵਿਡਾਣੀ ਤਤ ਮੁੜੇ ਇਹਾਂ ਬਸਨਾ ਰਾਤ ਮੁੜੇ। ਐਵੇਂ ਤੂੰ ਈਰਖਾ ਆਪਣੇ ਦਿਲ ਵਿੱਚ ਰੱਖਦਾ। ਈਰਖਾ ਦਾ ਵੀ ਇੱਕ ਖੂਹ ਹੈ, ਉਹਦੇ ਵਿੱਚ ਬੰਦਾ ਡਿੱਗਿਆ। ਕੋਈ ਕਾਮ ਦੇ ਖੂਹ ਦੇ ਵਿੱਚ ਡਿੱਗਿਆ, ਕੋਈ ਕ੍ਰੋਧ ਦੇ, ਕੋਈ ਲੋਭ ਦੇ, ਕੋਈ ਨਸ਼ੇ ਦੇ ਖੂਹ ਦੇ ਵਿੱਚ ਡਿੱਗਿਆ ਹੋਇਆ, ਕੋਈ ਚਸਕਿਆਂ ਦੇ ਖੂਹ ਦੇ ਵਿੱਚ ਡਿੱਗਿਆ ਹੋਇਆ, ਕੋਈ ਪ੍ਰਭਤਾ ਦੇ ਖੂਹ ਦੇ ਵਿੱਚ ਡਿੱਗਿਆ ਹੋਇਆ, ਕੋਈ ਅਹੁਦਿਆਂ ਦੇ ਖੂਹ ਦੇ ਵਿੱਚ ਡਿੱਗਿਆ ਹੋਇਆ। ਜਦ ਕਿ ਗੁਰੂ ਸਾਹਿਬ ਜੀ ਨੇ ਨਾ ਕਿਸੇ ਵੀ ਚੀਜ਼ ਦੀ ਪਕੜ ਨੂੰ ਸਵੀਕਾਰ ਨਹੀਂ ਕੀਤਾ, ਕਿਸੇ ਵੀ ਚੀਜ਼ ਦੀ। ਕਿਉਂਕਿ ਇੱਥੇ ਜਿਹੜੀ ਪਕੜ ਹੈ ਨਾ, ਇਹ ਸਾਨੂੰ ਫਸਾ ਰਹੀ ਹੈ, ਭਰਮ ਕੀ ਖੂਹੀ। ਬਾਂਦਰ ਨੂੰ ਫੜਨਾ ਹੋਵੇ, ਇੱਕ ਚਣਿਆਂ ਦੀ ਮੁੱਠ ਪਾ ਕੇ ਉਸ ਭਾਂਡੇ ਵਿੱਚ ਬਾਂਦਰ ਨੂੰ ਫੜਨ ਵਾਸਤੇ ਜਿਹੜਾ ਕਲੰਦਰ ਸ਼ਿਕਾਰੀ ਹੈ ਉਹ ਉਪਰਾਲਾ ਕਰਦਾ, ਤੇ ਬਾਂਦਰ ਕਹਿੰਦਾ ਮੈਂ ਚਣਿਆਂ ਦੀ ਮੁੱਠ ਨਹੀਂ ਛੱਡਣੀ, ਸ਼ਿਕਾਰੀ ਕਹਿੰਦਾ ਮੈਂ ਤੈਨੂੰ ਨਹੀਂ ਛੱਡਣਾ। ਫਿਰ ਹੁਣ ਜੇ ਚਣਿਆਂ ਦੀ ਮੁੱਠ ਛੱਡ ਦੇਵੇ ਤੇ ਬਾਂਦਰ ਬਚ ਸਕਦਾ ਹੈ, ਉਹਦੀ ਆਜ਼ਾਦੀ ਕਾਇਮ ਹੈ। ਪਰ ਜੇ ਹੁਣ ਚਣਿਆਂ ਦੀ ਮੁੱਠ ਫੜ ਕੇ ਰੱਖੇ ਤੇ ਉਹ ਗੁਲਾਮ ਹੈ। ਆਜ਼ਾਦੀ ਅਸੀਂ ਵੀ ਭਾਲਦੇ ਹਾਂ। ਦੇਖੋ, ਆਜ਼ਾਦੀ ਦੀ ਇੱਕ ਪਾਬੰਦੀ ਹੈ, ਦੇਸ਼ ਦੀ ਹੱਦ ਹੈ, ਫਿਰ ਆਪਾਂ ਕਹਿੰਦੇ ਆਜ਼ਾਦ ਹੈਗੇ ਆ। ਅਸੀਂ ਲੋਕ ਇੱਦਾਂ ਸੋਚਦੇ ਹਾਂ ਵੀ ਸ਼ਾਇਦ ਸਾਨੂੰ ਇੰਨਾ ਆਜ਼ਾਦ ਕੀਤਾ ਜਾਏ, ਅਸੀਂ ਜੋ ਮਰਜ਼ੀ ਕਰ ਲਈਏ। ਭਾਈ ਸਾਹਿਬ ਜੀ ਹੋਰਾਂ ਨੇ ਮੇਰਾ ਖਿਆਲ 5-7 ਦਿਨ ਪਹਿਲਾਂ ਆਪ ਜੀ ਨੂੰ ਬੇਨਤੀ ਵੀ ਕੀਤੀ ਸੀ ਆਨੰਦ ਕਾਰਜ ਦੇ ਸੰਬੰਧ ਵਿੱਚ। ਅਸੀਂ ਗੁਰੂ ਸਾਹਿਬ ਦਾ ਸਰੂਪ ਹਰ ਥਾਂ 'ਤੇ ਲੈ ਕੇ ਜਾਣ ਦੀ ਕੋਸ਼ਿਸ਼ ਕਰਦੇ ਹਾਂ। ਕਿ ਇਹ ਭਰਮ ਦੀ ਖੂਹੀ ਨਹੀਂ ਹੈ? ਕਿ ਅਸੀਂ ਇਹਦੇ ਵਿੱਚ ਫਸੇ ਨਹੀਂ ਪਏ ਹਾਂ ਵੀ ਅਸੀਂ ਗੁਰੂ ਕੋਲ ਨਾ ਆ ਕੇ ਆਪਣੀ ਥਾਂ 'ਤੇ ਗੁਰੂ ਨੂੰ ਲੈ ਕੇ ਜਾਣ ਦੀ ਕੋਸ਼ਿਸ਼ ਕਰਦੇ ਹਾਂ? ਇਹਨਾਂ ਚੀਜ਼ਾਂ ਤੋਂ ਸਾਨੂੰ ਬਚਣ ਦੀ ਜ਼ਰੂਰਤ ਹੈ। ਵੀ ਅਸੀਂ ਜੇ ਉਹਨਾਂ ਰਿਸੋਰਟਾਂ ਦੇ ਵਿੱਚ ਜਾ ਸਕਦੇ ਹਾਂ ਤੇ ਉਹ ਜਿਹੜੇ ਸਾਡੇ ਸੰਗੀ ਸਾਥੀ ਨੇ, ਰਿਸ਼ਤੇਦਾਰ ਨੇ, ਉਹ ਗੁਰੂ ਘਰ ਵਿੱਚ ਕਿਉਂ ਨਹੀਂ ਆ ਸਕਦੇ? ਯਾਨੀ ਗੁਰੂ ਦਾ ਪਿਆਰ ਘੱਟ ਹੈ, ਉਹਨਾਂ ਦਾ ਅਸਰ ਜ਼ਿਆਦਾ ਹੈ ਬੰਦੇ ਤੇ। ਸੋ ਇਹ ਵੀ ਇੱਕ ਭਰਮ ਹੀ ਹੈ, ਇਹਦੇ ਵਿੱਚ ਵੀ ਫਸੇ ਪਏ ਹਾਂ ਆਪਾਂ ਵੀ ਰਿਸ਼ਤੇਦਾਰ ਨਾਰਾਜ਼ ਨਾ ਹੋ ਜਾਣ ਕਿਤੇ। ਇੱਥੇ ਗੁਰੂ ਨਾਰਾਜ਼ ਨਹੀਂ ਹੋਣਾ ਚਾਹੀਦਾ। ਪਹਿਲੀ ਗੱਲ ਨਾ, ਗੁਰੂ ਨਾਰਾਜ਼ ਹੁੰਦਾ ਨਹੀਂ ਹੈ, ਨਾਰਾਜ਼ ਤੇ ਅਸੀਂ ਰਹਿੰਦੇ ਹਾਂ।
ਜਿਸ ਦਿਨ ਅਸੀਂ ਠੀਕ ਹੋ ਗਏ ਨਾ, ਜਿਸ ਦਿਨ ਮਨ ਕਰਕੇ ਅਸੀਂ ਗੁਰੂ ਦੇ ਬਚਨ ਨੂੰ ਸਵੀਕਾਰ ਕਰ ਲਿਆ ਨਾ, ਅਸੀਂ ਇਹੋ ਜਿਹੀ ਜਿੱਦ ਨਹੀਂ ਕਰਾਂਗੇ ਵੀ ਅਸੀਂ ਗੁਰੂ ਨੂੰ ਲੈ ਕੇ ਇਹੋ ਜਿਹੀ ਥਾਂ ਤੇ ਜਾਣਾ। ਅਸੀਂ ਗੁਰੂ ਦੇ ਚਰਨਾਂ ਦੇ ਵਿੱਚ ਹੋਵਾਂਗੇ। ਸੋ ਇੱਥੇ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਕਹਿੰਦੇ, ਭਰਮ ਕੀ ਕੋਈ ਤ੍ਰਿਸ਼ਨਾ ਰਸ ਪੰਕਜ, ਪੰਕਜ ਕਹਿੰਦੇ ਚਿੱਕੜ ਨੂੰ, ਬੰਦਾ ਉਸ ਚਿੱਕੜ ਦੇ ਵਿੱਚ ਡੁੱਬਿਆ ਹੋਇਆ ਹੈ, ਉਹਦੇ ਵਿੱਚੋਂ ਨਿਕਲਣ ਦੇ ਵਾਸਤੇ ਗੁਰੂ ਨੂੰ ਆਪਣੀ ਬਾਹਾਂ ਫੜਾਉਣ ਦੀ ਜ਼ਰੂਰਤ ਹੈ, ਆਪਣਾ ਹੱਥ ਫੜਾਉਣ ਦੀ ਜ਼ਰੂਰਤ ਹੈ। ਮੈਂ ਤੇ ਕਈ ਵਾਰੀ ਇਹਨੂੰ ਇੱਦਾਂ ਵੀ ਬੇਨਤੀ ਕਰਦਾ ਹੁੰਦਾ, ਅਸੀਂ ਗੁਰੂ ਨੂੰ ਹੱਥ ਫੜਾਉਂਦੇ ਨਹੀਂ, ਗੁਰੂ ਦਾ ਹੱਥ ਫੜਨ ਦੀ ਕੋਸ਼ਿਸ਼ ਕਰਦੇ ਹਾਂ। ਕਿਉਂਕਿ ਜੇ ਗੁਰੂ ਨੂੰ ਹੱਥ ਫੜਾ ਦੇਣਾ ਨਾ, ਫਿਰ ਛੁੱਟਣਾ ਕੋਈ ਨਹੀਂ ਹੈ। ਜਦੋਂ ਗੁਰੂ ਦਾ ਹੱਥ ਫੜਦੇ ਆ, ਜਦੋਂ ਮਰਜ਼ੀ ਆਈ ਛੱਡ ਦਿੱਤਾ, ਜਦੋਂ ਮਰਜ਼ੀ ਆਈ ਫੜ ਲਿਆ। ਇੱਥੇ ਗੁਰੂ ਨੂੰ ਹੱਥ ਫੜਾਉਣਾ ਹੈ, ਫੜਨਾ ਨਹੀਂ ਗੁਰੂ ਦਾ ਹੱਥ। ਬਹੁਤ ਵਾਰੀ ਆਪਾਂ ਗੁਰੂ ਦਾ ਹੱਥ ਫੜਨ ਦੀ ਕੋਸ਼ਿਸ਼ ਕਰਦੇ ਹਾਂ। ਇੱਕ ਛੋਟਾ ਜਿਹਾ ਬੱਚਾ ਆਪਣੇ ਬਾਪੂ ਨੂੰ ਹੱਥ ਫੜਾਉਂਦਾ ਹੈ, ਉਹਨੂੰ ਪਤਾ ਮੇਰੇ ਬਾਪੂ ਦੇ ਹੱਥਾਂ ਵਿੱਚ ਤਾਕਤ ਹੈ, ਇਹ ਮੈਨੂੰ ਕਿਤੇ ਡਿੱਗਣ ਨਹੀਂ ਦੇਗਾ, ਇਹ ਮੈਨੂੰ ਕਿਤੇ ਫਸਣ ਨਹੀਂ ਦੇਗਾ। ਅਸੀਂ ਬਹੁਤ ਵਾਰੀ ਗੁਰੂ ਦੇ ਚਰਨਾਂ ਦੇ ਵਿੱਚ ਆ ਕੇ ਵੀ ਗੁਰੂ ਦਾ ਹੱਥ ਫੜਨ ਦੀ ਕੋਸ਼ਿਸ਼ ਕਰਦੇ ਹਾਂ ਵੀ ਜਦੋਂ ਤੱਕ ਮੇਰਾ ਕੰਮ ਹੋਵੇ ਉਦੋਂ ਤੱਕ ਹੱਥ ਫੜਿਆ, ਜਦੋਂ ਮੇਰਾ ਕੰਮ ਨਿਕਲ ਗਿਆ ਉਦੋਂ ਗੁਰੂ ਦਾ ਹੱਥ ਛੱਡ ਦਿੱਤਾ। ਗੁਰੂ ਦੇ ਚਰਨਾਂ ਨੂੰ ਪਰਮਾਨੈਂਟ ਪਕੜ ਕੇ ਰੱਖੀਏ, ਸਦੀ ਵੀ ਪਕੜ ਕੇ ਰੱਖੀਏ, ਉਹਨਾਂ ਨੂੰ ਛੱਡਣਾ ਨਹੀਂ ਹੈ। ਭਾਈ ਮੰਝ ਦੀ ਸਾਖੀ ਆਪ ਸਾਰਿਆਂ ਨੇ ਸੁਣੀ ਹੋਏਗੀ। ਉਹ ਵੀ ਇੱਕ ਖੂਹ ਦੇ ਵਿੱਚ ਡਿੱਗੇ ਹੋਏ ਸੀ ਨਾ, ਸਾਖੀ ਆਪ ਸਾਰਿਆਂ ਨੇ ਸੁਣੀ ਹੈ। ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਆ ਕੇ ਬੇਨਤੀ ਕਰਦਾ, ਸਤਿਗੁਰੂ ਸਿੱਖੀ ਦੀ ਦਾਤ ਝੋਲੀ ਦੇ ਵਿੱਚ ਪਾ ਦਿਆ ਜੇ। ਗੁਰੂ ਪਾਤਸ਼ਾਹ ਜੀ ਨੇ ਜਵਾਬ ਦਿੱਤਾ, ਮੰਝ ਸਿੱਖੀ ਉੱਤੇ ਸਿੱਖੀ ਨਹੀਂ ਟਿਕਦੀ। ਇੱਥੇ ਤੇ ਵਸਤੂ ਅੰਦਰ ਵਸਤ ਸਮਾਵੈ, ਦੂਜੀ ਹੋਵੇ ਪਾਸ। ਪਹਿਲਾਂ ਉਸ ਦੁਬਦਾ ਨੂੰ, ਉਸ ਦੂਜੀ ਵਸਤੂ ਨੂੰ ਪਾਸੇ ਕਰ, ਫਿਰ ਕਿਤੇ ਸਿੱਖੀ ਤੇਰੇ ਜੀਵਨ 'ਚ ਟਿਕ ਸਕਦੀ ਹੈ। ਪਰ ਮਾਇਆ ਦਾ ਪ੍ਰਭਾਵ ਬੰਦੇ ਤੇ ਇੰਨਾ ਹੈ, ਇਹ ਕਹਿੰਦਾ ਥੋੜੀ ਜਿਹੀ ਸਿੱਖੀ ਦੇ ਦਿਓ, ਥੋੜਾ ਸਾ ਦੁਨਿਆਵੀ ਮੈਂ ਜੀ ਲਵਾਂ ਕਿਤੇ। ਇਹ ਕੋਈ 50% ਸਿੱਖੀ 50% ਸਮਾਜ ਇੱਦਾਂ ਨਹੀਂ ਇਕੱਠਾ ਹੋਣਾ। ਦੁੱਧ ਵਿੱਚ ਜੇ ਪਾਣੀ ਪਾ ਦਿੰਦੇ ਆ ਨਾ, ਜਾਂ ਪਾਣੀ 'ਚ ਦੁੱਧ ਪਾ ਦਿੰਦੇ ਆ ਨਾ, ਉਹ ਦੁੱਧ ਰਹਿੰਦਾ ਹੈ ਨਾ ਉਹ ਪਾਣੀ ਰਹਿੰਦਾ ਹੈ। ਇਸੇ ਤਰੀਕੇ ਨਾਲ ਫਿਰ ਬੰਦਾ ਨਾ ਸਿੱਖ ਰਹਿੰਦਾ ਨਾ ਅਸਿੱਖ। ਇਹ ਫਿਰ ਨਾ 13 'ਚ ਨਾ 3 'ਚ ਸਾਡੀ ਗਿਣਤੀ ਫਿਰ ਉੱਦਾਂ ਦੀ ਬਣ ਜਾਂਦੀ ਹੈ। ਸਾਨੂੰ ਉੱਥੋਂ ਨਿਕਲਣ ਦੀ ਜ਼ਰੂਰਤ ਹੈ। ਇਹ ਤਿੰਨਾਂ ਨੂੰ ਅਸੀਂ ਤਾਈਓ ਚੇਤੇ ਕਰਦੇ ਹਾਂ ਨਾ, ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਇਆਲਾ ਜੀ, ਕਿ ਉਹਨਾਂ ਵਰਗੇ ਬਣ ਗਏ ਅਸੀਂ। ਉਹਨਾਂ ਦੇ ਸਾਹਮਣੇ ਮੌਤ ਖਲੋਤੀ ਹੋਵੇ, ਉਹ ਤਾਂ ਵੀ ਕਹਿੰਦੇ ਨੇ ਵੀ ਗੁਰੂ ਵੱਲ ਮੁਖ ਹੋਵੇ। ਸਾਡੇ ਸਾਹਮਣੇ ਤੇ ਮੌਤ ਵੀ ਕੋਈ ਨਹੀਂ ਖਲੋਤੀ, ਸਾਡੇ ਸਾਹਮਣੇ ਤੇ ਸਾਨੂੰ ਕਿਸੇ ਦਾ ਡਰ ਵੀ ਨਹੀਂ, ਫਿਰ ਵੀ ਅਸੀਂ ਗੁਰੂ ਤੋਂ ਵਿਮੁਖ ਹੋਏ ਹਾਂ। ਸੋ ਇੱਥੇ ਭਾਈ ਮੰਝ ਕਹਿੰਦਾ, ਸਤਿਗੁਰੂ ਸਿੱਖੀ ਦੀ ਦਾਤ ਦੇ ਦਿਓ। ਕਹਿੰਦੇ ਸਿੱਖੀ ਦੀ ਦਾਤ ਚਾਹੀਦੀ ਹੈ ਨਾ, ਫਿਰ ਜਿਹੜੀਆਂ ਕਬਰਾਂ ਘਰ ਦੇ ਵਿੱਚ ਬਣਾਈਆਂ ਹੋਈਆਂ ਨੇ ਉਹਨਾਂ ਨੂੰ ਢਾਉਣਾ ਪੈਣਾ ਹੈ। ਕਹਿੰਦੇ ਸਤਿਗੁਰੂ ਢਾਹ ਦੇਣਾ, ਢਾਈਆਂ। ਸਤਿਗੁਰੂ ਦੇ ਕੋਲ ਆਏ, ਕਹਿੰਦੇ ਸਤਿਗੁਰੂ ਢਾਹ ਦਿੱਤੀ। ਸਿੱਖੀ ਐਡੀ ਸੌਖੀ ਨਹੀਂ ਮਿਲਦੀ, ਉਹਦੇ ਵਾਸਤੇ ਯਤਨ ਕਰਨਾ ਪੈਂਦਾ ਹੈ। ਕਿਉਂਕਿ ਸਾਨੂੰ ਸੌਖੀ ਮਿਲ ਗਈ, ਇਸੇ ਕਰਕੇ ਉਸ ਗੱਲ ਦਾ ਅਹਿਸਾਸ ਨਹੀਂ ਕਰਦੇ ਆਪਾਂ। ਜਿਨ੍ਹਾਂ ਨੇ ਸੀਸ ਦੇ ਕੇ ਸਿੱਖੀ ਲਈ ਸੀ ਨਾ, ਅਹਿਸਾਸ ਤੇ ਉਹਨਾਂ ਨੂੰ ਹੋਇਆ ਹੋਏਗਾ ਨਾ ਵੀ ਸਿੱਖੀ ਐਡੀ ਅਮੋਲਕ ਦਾਤ ਹੈ, ਇਹ ਲਾਲਚ ਕਰਕੇ ਨਹੀਂ ਮਿਲਦੀ। ਇੱਥੇ ਲਾਲਚ ਨਹੀਂ ਹੈ, ਇੱਥੇ ਤੇ ਪਹਿਲਾ ਮਰਨ ਕਬੂਲ ਹੈ। ਜੀਵਨ ਕੀ ਛੜ ਆਸ, ਹੋ ਸਭਨਾ ਕੀ ਰੇਣਕਾ ਤੋਂ ਆਓ ਹਮਾਰੇ ਪਾਸ। ਸੋ ਉੱਥੇ ਪਹਿਲਾਂ ਕਬਰਾਂ ਢਾਈਆਂ। ਬੇਨਤੀ ਕਰਦਾ, ਸਤਿਗੁਰੂ ਘਰ ਦੀਆਂ ਢਾਹ ਦਿੱਤੀਆਂ, ਮਨ ਦੀ ਵੀ ਢਾਹ ਦੇ। ਮਨ ਦੀਆਂ ਢਾਈਆਂ। ਪਿੰਡ ਵਿੱਚੋਂ ਬਾਈਕਾਟ ਕਰਤਾ,
ਚੌਧਰੀ ਸੀ 72 ਪਿੰਡਾਂ ਦਾ। ਅੱਜ ਜਦੋਂ ਗਰੀਬੀ ਆ ਗਈ ਨਾ, ਬਾਈਕਾਟ ਕਰ ਦਿੱਤਾ। ਖਾਣ ਨੂੰ ਵੀ ਰਸ ਨਹੀਂ ਘਰ ਦੇ ਵਿੱਚ, ਰਸਤਿਆਂ ਦੇ ਵਿੱਚ ਘਾਹ ਖੁਰਚਦਾ ਹੋਇਆ ਮਿਹਨਤ ਕਰਕੇ ਆਪਣੀ ਰੋਟੀ ਕਮਾਈ, ਗੁਰੂ ਚਰਨਾਂ ਦੇ ਵਿੱਚ ਆਇਆ, ਲੱਕੜਾਂ ਢੋਣੀਆਂ ਸ਼ੁਰੂ ਕਰ ਦਿੱਤੀਆਂ, 2-2 ਪੰਡਾਂ ਲੈ ਕੇ ਆਉਣੀਆਂ, ਇੱਕ ਗੁਰੂ ਘਰ ਵਿੱਚ, ਇੱਕ ਆਪਣੇ ਕੰਮ ਕਾਜ ਵਾਸਤੇ। ਇੱਕ ਦਿਨ ਗੁਰੂ ਪਾਤਸ਼ਾਹ ਜੀ ਨੇ ਇੱਥੇ ਵੀ ਗੱਲ ਕਰ ਦਿੱਤੀ, ਕਹਿੰਦੇ ਵੀ ਲੰਗਰ ਇੱਥੇ ਛਕਦਾ, ਇੱਥੇ ਸੇਵਾ ਨਹੀਂ ਕਰਦਾ। ਭਾਈ ਮੰਝ ਇੱਕ ਦਿਨ ਲੱਕੜਾਂ ਲਿਆਉਂਦਾ ਹੋਇਆ, ਰਸਤੇ ਵਿੱਚ ਠੇਡਾ ਵੱਜਦਾ ਤੇ ਖੂਹ ਦੇ ਵਿੱਚ ਡਿੱਗਦਾ ਹੈ। ਗੁਰੂ ਚਰਨਾਂ 'ਚ ਅਰਦਾਸ ਕਰਦਾ, ਸਤਿਗੁਰੂ ਕਿਰਪਾ ਕਰ। ਗੁਰੂ ਸਾਹਿਬ ਆਏ, ਗੁਰੂ ਸਾਹਿਬ ਜੀ ਨੇ ਉਸ ਖੂਹ ਦੇ ਵਿੱਚੋਂ ਕੱਢਿਆ ਭਾਈ ਮੰਝ ਨੂੰ, ਭਰਮ ਕੀ ਕੋਈ। ਉਸ ਦਿਨ ਭਾਈ ਮੰਝ ਕਹਿੰਦਾ ਹੈ ਕਿ ਸਤਿਗੁਰੂ ਤੂੰ ਕਿੰਨੇ ਕੁ ਖੂਹਾਂ ਦੇ ਵਿੱਚੋਂ ਮੈਨੂੰ ਕੱਢੇਗਾ, ਪਹਿਲਾਂ ਮੈਨੂੰ ਕਬਰ ਦੇ ਖੂਹ ਵਿੱਚੋਂ ਕੱਢਿਆ, ਫਿਰ ਮੈਨੂੰ ਸੇਵਾ ਦਾ ਮਾਣ ਹੋ ਰਿਹਾ ਸੀਗਾ, ਉਸ ਖੂਹ ਦੇ ਵਿੱਚੋਂ ਕੱਢਿਆ, ਮੈਨੂੰ ਚੌਧਰ ਦੇ ਖੂਹ ਦੇ ਵਿੱਚੋਂ ਕੱਢ ਦਿੱਤਾ। ਹੁਣ ਮੈਂ ਦੁਨਿਆਵੀ ਖੂਹ ਦੇ ਵਿੱਚ ਡਿੱਗਿਆ ਸੀ, ਤੂੰ ਉਹਦੇ ਵਿੱਚੋਂ ਵੀ ਕੱਢ ਦਿੱਤਾ। ਪਰ ਕੱਢਿਆ ਕਿਉਂ? ਕਿਉਂਕਿ ਭਾਈ ਮੰਝ ਨੇ ਆਪਣਾ ਹੱਥ ਗੁਰੂ ਨੂੰ ਫੜਾਇਆ ਸੀਗਾ, ਇਸ ਕਰਕੇ ਉਸ ਖੂਹ ਦੇ ਵਿੱਚੋਂ ਕੱਢ ਦਿੱਤਾ ਹੈ। ਸੋ ਗੁਰੂ ਦੀ ਬਾਂਹ ਫੜਨ ਦੀ ਕੋਸ਼ਿਸ਼ ਨਾ ਕਰੀਏ, ਗੁਰੂ ਨੂੰ ਬਾਂਹ ਪਕੜਾਉਣ ਦੀ ਕੋਸ਼ਿਸ਼ ਕਰੀਏ। ਕਿਉਂਕਿ ਅਗਨ ਸਾਗਰ ਬੂੜਤ ਸੰਸਾਰਾ, ਨਾਨਕ ਬਾਂਹ ਪਕੜ ਸਤਿਗੁਰ ਨਿਸਤਾਰਾ। ਬਾਂਹ ਫੜ ਕੇ ਸਤਿਗੁਰੂ ਨੇ ਸਾਨੂੰ ਇਸ ਅੱਗ ਦੇ ਸਾਗਰ ਵਿੱਚੋਂ ਕੱਢ ਦੇਣਾ ਹੈ। ਭਰਮ ਕੀ ਕੋਈ ਤ੍ਰਿਸ਼ਨਾ ਰਸ ਪੰਕਜ, ਅਤ ਤਿੱਖਣ ਮੋਹ ਕੀ ਫਾਸ। ਇਹ ਜਿਹੜੀ ਮੋਹ ਦੀ ਫਾਈ ਹੈ ਨਾ, ਇਹ ਬੜੀ ਤਿੱਖੀ ਹੁੰਦੀ ਜਾਂਦੀ ਬੰਦੇ ਦੇ ਜੀਵਨ ਵਿੱਚ। ਇਹ ਮੋਹ ਹੀ ਹੈ, ਇੱਕ ਦਿਨ ਮੌਤ ਦਾ ਕਾਰਨ ਬਣ ਜਾਂਦਾ ਹੈ। ਗੁਰਮਤ ਦੇ ਵਿੱਚ ਮੋਹ ਦੀ ਥਾਂ ਤੇ ਨਾ ਪਿਆਰ ਨੂੰ ਬੜਾ ਸਤਿਕਾਰ ਦਿੱਤਾ ਗਿਆ। ਮੋਹ ਤੇ ਪਿਆਰ ਦੇ ਵਿੱਚ ਬੜਾ ਫਰਕ ਹੁੰਦਾ ਹੈ। ਹਰ ਇੱਕ ਬੰਦਾ ਮੋਹ ਦੀ ਫਾਈ ਆਪਣੇ ਜੀਵਨ 'ਚ ਪਾ ਕੇ ਬੈਠਿਆ ਹੋਇਆ ਹੈ। ਪਿਆਰ ਆਪਣੀ ਜ਼ਿੰਮੇਵਾਰੀ ਸਮਝ ਕੇ ਦੂਸਰਿਆਂ ਦਾ ਵੀ ਭਲਾ ਕਰਨਾ ਸਿਖਾਉਂਦਾ ਹੈ। ਮੋਹ ਜਿਹੜਾ ਹੈ ਉਹ ਦੂਸਰਿਆਂ ਦਾ ਬੁਰਾ ਕਰਕੇ ਆਪਣਾ ਭਲਾ ਕਰਨਾ ਸਿਖਾਉਂਦਾ। ਬਸ ਇੰਨਾ ਫਰਕ ਹੈ ਮੋਹ ਤੇ ਪਿਆਰ ਦੇ ਵਿੱਚ। ਇੱਥੇ ਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕੀਤੀ, ਕਹਿੰਦੇ ਇਹ ਜਿਹੜੀ ਫਾਈ ਹੈ ਨਾ ਮੋਹ ਦੀ, ਇਹ ਬੜੀ ਤਿੱਖੀ ਹੈ। ਇਹਨੂੰ ਕੱਟਣ ਵਾਸਤੇ ਕਾਟਣਹਾਰ ਜਗਤ ਗੁਰ ਗੋਬਿੰਦ, ਚਰਨ ਕਮਲ ਤਾਂ ਕੇ ਕਰੋ ਨਿਵਾਸ। ਜੇ ਕਿਤੇ ਗੁਰੂ ਦੇ ਚਰਨਾਂ ਕਮਲਾਂ ਦਾ ਨਿਵਾਸ ਸਾਡੇ ਹਿਰਦਿਆਂ ਦੇ ਵਿੱਚ ਹੋ ਜੇ, ਜੇ ਕਿਤੇ ਗੁਰੂ ਦੇ ਸਿਧਾਂਤ ਦਾ ਨਿਵਾਸ ਸਾਡੇ ਜੀਵਨ ਵਿੱਚ ਹੋ ਜੇ, ਸੱਚ ਕਰਕੇ ਜਾਣਨਾ ਅਸੀਂ ਇਸ ਫਾਈ ਤੋਂ ਮੁਕਤ ਹੋ ਸਕਦੇ ਹਾਂ, ਇਹਨਾਂ ਬੰਧਨਾਂ ਤੋਂ ਮੁਕਤ ਹੋ ਸਕਦੇ ਹਾਂ। ਕਿਉਂਕਿ ਗੁਰੂ ਹੀ ਹੈ ਫੂਟੋ ਆਂਡਾ ਭਰਮ ਕਾ, ਮਨੈ ਭਇਓ ਪ੍ਰਗਾਸ, ਕਾਟੀ ਬੇਰੀ ਪਗਹ ਤੇ ਗੁਰ ਕੀਨੀ ਬੰਦ ਖਲਾਸ। ਸਾਨੂੰ ਬੰਦ ਖਲਾਸ ਕਰਦਾ ਗੁਰੂ। ਸਤਿਗੁਰ ਬੰਦੀ ਛੋੜ ਹੈ, ਜੀਵਨ ਮੁਕਤ ਕਰੈ ਉਡੀਨਾ, ਗੁਰਮੁਖ ਅਪਤੀਜ ਮਨ ਪਤੀਣਾ। ਬੰਧਨਾਂ ਤੋਂ ਮੁਕਤ ਕਰਦਾ ਗੁਰੂ ਸਾਨੂੰ ਬੰਧਨਾਂ 'ਚ ਪਾਉਂਦਾ ਨਹੀਂ ਹੈ, ਬੰਧਨਾਂ 'ਚੋਂ ਕੱਢਦਾ ਹੈ। ਸਾਨੂੰ ਬੰਧਨਾਂ ਵਿੱਚ ਫਸਾਉਂਦਾ ਨਹੀਂ ਹੈ, ਬੰਧਨਾਂ ਤੋਂ ਬਚਾਉਂਦਾ ਹੈ ਗੁਰੂ ਸਾਨੂੰ। ਸੋ ਇੱਥੇ ਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕੀਤੀ, ਕਾਟਣਹਾਰ ਜਗਤ ਗੁਰ ਗੋਬਿੰਦ, ਚਰਨ ਕਮਲ ਤਾਂ ਕੇ ਕਰੋ ਨਿਵਾਸ। ਚਰਨ ਕਮਲ ਸ਼ਬਦ ਆਪਣੇ ਆਪ ਦੇ ਵਿੱਚ ਬੜਾ ਭਾਵਪੂਰਤ ਹੈ। ਚਰਨ ਸ਼ਬਦ ਦੀ ਵਰਤੋਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬੜੀਆਂ ਥਾਵਾਂ ਤੇ ਕੀਤੀ ਗਈ ਹੈ। ਜਦੋਂ ਆਪਾਂ ਚਰਨਾਂ ਦੀ ਗੱਲ ਕਰਦੇ ਹਾਂ, ਇੱਕ ਥਾਂ ਤੇ ਸ਼ਬਦ ਆਪਾਂ ਪੜ੍ਹਦੇ, ਸਤਿਗੁਰ ਕੇ ਚਰਨ ਧੋਏ ਧੋਏ ਪੀਵਾਂ। ਇੱਕ ਥਾਂ ਤੇ ਆਪਾਂ ਸ਼ਬਦ ਪੜ੍ਹਦੇ ਹਾਂ, ਚਰਨ ਚਲੋ ਮਾਰਗ ਗੋਬਿੰਦ। ਇੱਕ ਥਾਂ ਤੇ ਸ਼ਬਦ ਪੜ੍ਹਦੇ, ਹਿਰਦੈ ਚਰਨ ਸ਼ਬਦ ਸਤਿਗੁਰ ਕੋ ਨਾਨਕ ਬੰਧਿਓ ਪਾਲ। ਇੱਥੇ ਚਰਨ ਦਾ ਜਿਹੜਾ ਅੱਖਰੀ ਅਰਥ ਹੈ ਉਹ ਹੈ ਸਿਧਾਂਤ।
ਇੱਥੇ ਬੰਦਾ ਇਹ ਨਾ ਸਮਝੇ ਕਿ ਮੇਰੇ ਪੈਰਾਂ ਦੀ ਗੱਲ ਕੀਤੀ ਹੈ। ਸਿਧਾਂਤਾਂ ਦੇ ਮੁਤਾਬਕ ਅਸੀਂ ਉਸ ਰਸਤੇ ਤੇ ਤੁਰਨਾ ਹੈ। ਚਰਨ ਚਲੋ ਤਾਂ ਬਣਨਾ ਹੈ। ਅਸੀਂ ਬਹੁਤ ਵਾਰੀ ਮਨ ਧੋਣ ਦੀ ਥਾਂ ਤੇ ਚਰਨ ਧੋਣ ਦਾ ਉਪਰਾਲਾ ਜ਼ਿਆਦਾ ਕਰਦੇ ਹਾਂ। ਧੋਣਾ ਆਪਣਾ ਮਨ ਹੈ। ਜਦੋਂ ਮਨ ਨੂੰ ਧੋਵਾਂਗੇ ਤੇ ਗੁਰੂ ਦੇ ਚਰਨ ਪੀਤੇ ਜਾਣਗੇ, ਗੁਰੂ ਦਾ ਸਿਧਾਂਤ ਜੀਵਨ ਵਿੱਚ ਆਏਗਾ। ਇਹ ਅੰਮ੍ਰਿਤ ਪੀਤਾ ਜਾਣਾ ਹੈ, ਪਰ ਜੇ ਮਨ ਹੀ ਨਹੀਂ ਧੋਤਾ ਤੇ ਅੰਮ੍ਰਿਤ ਕਿੱਥੋਂ ਪੀਤਾ ਜਾਣਾ? ਆਮ ਅਸੀਂ ਜਦੋਂ ਵੀ ਚਾਹ ਪਾਣੀ ਛਕਦੇ ਹੁੰਦੇ ਸੀਗੇ, ਮੂੰਹ ਹੱਥ ਧੋ ਕੇ ਛਕਦੇ ਹੁੰਦੇ ਸੀ ਨਾ। ਇੱਦਾਂ ਤੇ ਨਹੀਂ ਹੋਇਆ ਨਾ ਕਦੇ ਕਿਸੇ ਨੇ ਚਾਹ ਧੋਤੀ ਹੋਵੇ ਤੇ ਮੂੰਹ ਹੱਥ ਨਾ ਧੋਤਾ ਹੋਵੇ। ਸੋ ਗੁਰੂ ਦੇ ਜਿਹੜੇ ਚਰਨ ਨੇ, ਉਹਨਾਂ ਦੇ ਨਾਲ ਜੁੜ ਕੇ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਤੁਰਨਾ ਹੈ, ਗੁਰਬਾਣੀ ਦੇ ਨਾਲ ਜੁੜਨਾ ਹੈ। ਕਾਟਨ ਹਾਰ ਜਗਤ ਗੁਰੂ ਗੋਬਿੰਦ ਚਰਨ ਕਮਲ ਤਾਂ ਕੇ ਕਰੋ ਨਿਵਾਸ। ਚਰਨਾਂ ਕਮਲਾਂ ਦੇ ਵਿੱਚ ਸਾਡਾ ਨਿਵਾਸ ਹੋ ਜੇ, ਸਾਡਾ ਮਨ ਜੁੜ ਜੇ। ਕਰ ਕਿਰਪਾ ਗੋਬਿੰਦ ਪ੍ਰਭ ਪ੍ਰੀਤਮ, ਦੀਨਾਨਾਥ ਸੁਣੋ ਅਰਦਾਸ। हे ਮੇਰੇ ਮਾਲਕ ਜੀ, ਕਿਰਪਾ ਕਰੋ, ਰਹਿਮਤ ਕਰੋ। ਤੂੰ ਦੀਨਾਂ ਦਾ ਨਾਥ ਹੈ, ਮੇਰੀ ਅਰਦਾਸ ਸੁਣ। ਅਰਦਾਸ ਤੇ ਸਾਰੇ ਕਰਦੇ ਹਾਂ, ਪਰ ਦੁੱਖ ਉਦੋਂ ਲੱਗਦਾ ਉਸ ਅਰਦਾਸ ਵਿੱਚ ਨਾ ਅਹਿਸਾਸ ਹੁੰਦਾ ਹੈ, ਨਾ ਵਿਸ਼ਵਾਸ ਹੁੰਦਾ ਹੈ। ਜਿਸ ਅਰਦਾਸ 'ਚ ਅਹਿਸਾਸ ਨਾ ਹੋਵੇ ਰੱਬ ਦਾ, ਵਿਸ਼ਵਾਸ ਨਾ ਹੋਵੇ ਰੱਬ ਦਾ, ਸਮਰਪਣ ਨਾ ਹੋਵੇ ਸਾਡਾ, ਤੇ ਫਿਰ ਬੰਦਾ ਕਹਿੰਦਾ ਅਰਦਾਸ ਪੂਰੀ ਨਹੀਂ ਹੋਈ। ਜਦ ਕਿ ਗੁਰਬਾਣੀ 'ਚ ਲਿਖੇ ਹੋਏ ਸ਼ਬਦ ਨੇ, ਬਿਰਥੀ ਕਦੇ ਨਾ ਹੋਵਈ ਜਨ ਕੀ ਅਰਦਾਸ, ਨਾਨਕ ਜੋਰ ਗੋਬਿੰਦ ਕਾ ਪੂਰਨ ਗੁਣਤਾਸ। ਜੀ ਕੀ ਬਿਰਥਾ ਹੋਏ ਸੋ ਗੁਰ ਪੈ ਅਰਦਾਸ ਕਰ, ਛੋੜ ਸਿਆਣਪ ਸਗਲ ਮਨ ਤਨ ਅਰਪ ਧਰ। ਬੰਦਾ ਸਿਆਣਪ ਵੀ ਨਾਲ ਰੱਖਦਾ, ਅਰਦਾਸ ਵੀ ਕਰਨੀ ਚਾਹੁੰਦਾ ਹੈ। ਇਹ ਵਿਸ਼ਵਾਸ ਚਾਹੀਦਾ ਹੈ। ਜਦੋਂ ਤੱਕ ਵਿਸ਼ਵਾਸ ਨਹੀਂ, ਉਦੋਂ ਤੱਕ ਅਰਦਾਸ ਸਾਡੀ ਗੁਰੂ ਚਰਨਾਂ ਦੇ ਵਿੱਚ ਸਵੀਕਾਰ ਨਹੀਂ ਹੋਣੀ। ਸੋ ਅਰਦਾਸ ਦੇ ਵਾਸਤੇ ਸਮਰਪਣ, ਅਹਿਸਾਸ, ਵਿਸ਼ਵਾਸ, ਇਹੀਓ ਸਾਡੀ ਅਰਦਾਸ ਹੈ। ਅਸੀਂ ਕਈ ਵਾਰੀ ਸ਼ਬਦਾਂ ਨੂੰ ਅਰਦਾਸ ਸਮਝਦੇ ਹਾਂ, ਪਰ ਜਿਹੜੀ ਅੰਦਰ ਦੀ ਵੇਦਨਾ ਹੈ, ਕਿਉਂਕਿ ਇੱਕ ਅਦੀਬ ਨੇ ਬੜੀ ਸੋਹਣੀ ਗੱਲ ਲਿਖੀ ਸੀਗੀ, खुदा कबूल फरमाता है अरदास जिनके दिलों से होती है, मगर मुश्किल तो ये है बड़ी मुश्किलों से होती है। बड़ी मुश्किल दे नाल हुंदी है ना। जे हुण ये मुश्किल दे नाल अरदास हो जे, एहसास नाल, विश्वास नाल, ते फिर कर किरपा गोबिंद प्रभ प्रीतम, दीना नाथ सुनो अरदास। कर गए ले हो नानक के स्वामी, जियो पिंड सब तुमरी रास। फिर गुरु ने साडा हथ फड़ के इन्हां कर्म कांडां दे खूहां विचों, नशियां दे खूहां विचों, वहमां दे खूहां विचों, भरमां दे खूहां विचों गुरु ने साडी बांह फड़ के सानू संसार रूपी भवजल तो पार कर देना है। क्योंकि ये लगदा औखा है। ਇਹਨੂੰ ਤਰਨ ਦੇ ਵਾਸਤੇ ਨਾ, ਜਿਸ ਤਰ੍ਹਾਂ ਸਿੱਧ ਗੋਸ਼ਟ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਨੇ ਜ਼ਿਕਰ ਕੀਤਾ ਨਾ, ਜੋਗੀਆਂ ਦਾ ਸਵਾਲ ਹੈ, ਦੁਨੀਆ ਸਾਗਰ ਦੁੱਤਰ ਕਹੀਏ ਕਿਉਂ ਕਰ ਪਾਈਏ ਪਾਰੋ, ਚਰਪਟ ਬੋਲੇ ਅਵਧੂ ਨਾਨਕ ਦੇ ਸੱਚਾ ਵਿਚਾਰੋ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ, ਜੈਸੇ ਜਲ ਮੈਂ ਕਮਲ ਨਿਰਾਲਮ, ਮੁਰਗਾਈ ਨਾ ਸਾਣੈ, ਸੁਰਤ ਸ਼ਬਦ ਭਉ ਸਾਗਰ ਤਰੀਐ, ਨਾਨਕ ਨਾਮ ਵਖਾਣੈ। ਆਪਣੀ ਸੁਰਤ ਨੂੰ ਸ਼ਬਦ ਦੇ ਨਾਲ ਜੋੜ। ਆਪਣੇ ਆਪ ਨੂੰ ਇੱਥੇ ਫਸਾਉਣਾ ਨਹੀਂ ਹੈ, ਆਪਣੇ ਆਪ ਨੂੰ ਬਚਾਉਣਾ ਹੈ। ਪਰਿਵਾਰ ਦੇ ਵਿੱਚ ਰਹਿ ਕੇ ਨਿਰੰਕਾਰ ਦੇ ਚਰਨਾਂ ਦੇ ਨਾਲ ਜੁੜਨਾ ਹੈ। ਜਿਸ ਦਿਨ ਜੀਵਨ ਨੂੰ ਬੈਲੈਂਸ ਕਰਨਾ ਆ ਗਿਆ ਨਾ, ਅਸੀਂ ਇੱਥੇ ਫਸਾਂਗੇ ਨਹੀਂ। ਸਾਡੀ ਪਕੜ, ਸਾਡੀ ਅਕੜ, ਸਭ ਕੁਝ ਖਤਮ ਹੋ ਜਾਣਾ, ਕਿਉਂਕਿ ਪਕੜ ਵੀ ਇੱਕ ਖੂਹ ਹੈ, ਅਕੜ ਵੀ ਇੱਕ ਖੂਹ ਹੈ। ਇਹਨਾਂ ਚੀਜ਼ਾਂ ਵਿੱਚੋਂ ਨਿਕਲ ਕੇ ਗੁਰੂ ਦੇ ਬਚਨ ਦੇ ਨਾਲ ਜੁੜਨਾ ਸੀਗਾ। ਜਦੋਂ ਆਪਾਂ ਗੁਰੂ ਦੇ ਬਚਨਾਂ ਦੇ ਨਾਲ ਜੁੜਾਂਗੇ ਤੇ ਫਿਰ ਗੁਰੂ ਪਾਤਸ਼ਾਹ ਜੀ ਨੇ ਰਹਿਮਤ ਕਰਨੀ ਹੈ। ਕਰ ਗਏ ਲੇਹੋ ਨਾਨਕ ਕੇ ਸੁਆਮੀ, ਜੀਓ ਜਿੰਦੜੀ, ਪਿੰਡ ਸਰੀਰ, ਸਭ ਤੁਮਰੀ ਰਾਸ। ਇਹੀ ਮੇਰਾ ਸਰਮਾਇਆ, ਇਹੀ ਮੇਰਾ ਖਜ਼ਾਨਾ ਸੀਗਾ, ਪਰ ਇਹ ਸਭ ਕੁਝ ਤੇਰਾ ਦਿੱਤਾ ਹੋਇਆ ਹੈ। ਇਸ ਕਰਕੇ ਮੇਰੇ ਮਾਲਕ ਜੀ ਕਿਰਪਾ ਕਰੋ, ਮੈਨੂੰ ਇਹਨਾਂ ਭਰਮਾਂ ਦੇ ਖੂਹਾਂ ਦੇ ਵਿੱਚੋਂ, ਤ੍ਰਿਸ਼ਨਾ ਰਸ ਦੇ ਖੂਹਾਂ ਦੇ ਵਿੱਚੋਂ ਹੱਥ ਦੇ ਕੇ ਕੱਢ ਲਿਓ।
ਗੁਰੂ ਪਾਤਸ਼ਾਹ ਜੀ ਰਹਿਮਤ ਕਰਨ, ਸਾਰਿਆਂ ਨੂੰ ਚੜ੍ਹਦੀ ਕਲਾ ਦੀ ਦਾਤ ਬਖਸ਼ਿਸ਼ ਕਰਨ। ਅਸੀਂ ਇਹਨਾਂ ਕਰਮ ਕਾਂਡਾਂ ਦੇ ਖੂਹਾਂ ਦੇ ਵਿੱਚੋਂ ਨਿਕਲਣ ਦੇ ਵਾਸਤੇ ਗੁਰੂ ਨੂੰ ਆਪਣੀ ਬਾਂਹ ਫੜਾਈਏ, ਆਪਾ ਸਮਰਪਣ ਕਰੀਏ, ਮਨ ਸਤਿਗੁਰੂ ਦੇ ਕੋਲ ਵੇਚ ਦਈਏ ਤੇ ਗੁਰੂ ਨੇ ਆਪ ਸਾਡੀ ਰਾਖੀ ਕਰਕੇ ਸਾਨੂੰ ਇਸ ਸੰਸਾਰ ਰੂਪੀ ਭਵਜਲ ਦੇ ਵਿੱਚੋਂ ਕੱਢ ਦੇਣਾ ਹੈ। ਇੰਨੀਆਂ ਬੇਨਤੀਆਂ ਪ੍ਰਵਾਨ, ਕੋਟਾਨ ਕੋਟ ਸ਼ੁਕਰਾਨਾ।